ਸਰੀਰ ਸਵਾਸਥ ਖੀਣ ਸਮੈ, ਸਿਮਰੰਤ ਨਾਨਕ ਰਾਮ ਦਮੋਦਰ ਮਾਧਵਹਿ। हम मैले तुम उज्जल करते, हम निर्गुण तू दाता। हम मूर्ख तुम चतुर सियाणे, तू सर्व कला का ज्ञाता। माधव हम ऐसे तू ऐसा, हम पापी तुम पाप खंडन। नीको ठाकुर देसा, तुम सब साजे साज निवाजे। जियो पिंड दे प्राणा, निर्गुणियारे गुण नहीं कोई। तुम दान देहो मेहरबाना, तुम करो भला हम भलो न जानह। तुम सदा सदा दयाला, तुम सुखदाई पुरख विधाते। तुम राखो अपने बाला, तुम निधान अटल सुल्तान। जी जंत सब जाचै, कहो नानक हम इह हवाला। राख संतन कै पाशा, निर्गुण राख लिया संतन का सदका। सतगुर ढाक लिया मोहे पापी पड़दा। गरीब नवाज पतत पावन भगत वशल, कृपा दे खजाने। सर्व कला समरथ कुदरत दे कादर। ਜ਼ਾਹਰ ਜ਼ਹੂਰ ਹਾਜ਼ਰ ਹਜ਼ੂਰ। ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰਗੁਣ ਸਰੂਪ, ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਦਸਾਂ ਸਰੂਪਾਂ ਦੇ ਆਤਮਿਕ ਜੋਤ ਸਰੂਪ, ਚਵਰ ਤਖਤ ਛਤਰ ਦੇ ਮਾਲਕ, ਜੁਗੋ ਜੁਗ ਅਟਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਰਮ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ। ਹਜ਼ੂਰ ਦੀ ਸਾਜੀ ਨਿਵਾਜੀ ਪਰਮ ਸਨਮਾਨਯੋਗ ਗੁਰੂ ਕਾ ਖਾਸ ਰੂਪ ਖਾਲਸਾ ਸਾਧ ਸੰਗਤ ਜੀਓ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਪਿਤਾ ਜੀ ਵੱਲੋਂ ਬਖਸ਼ੀ ਹੋਈ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਵੱਲੋਂ ਬਖਸ਼ੇ ਹੋਏ ਉਦਮ ਪੁਰਸ਼ਾਰਥ ਦਾ ਸਦਕਾ ਯੂਕੇ ਵਿੱਚ ਵਸਦੀਆਂ ਸਿੱਖ ਸੰਗਤਾਂ ਨੇ, ਜਥੇਬੰਦੀਆਂ ਨੇ, ਦਮਦਮੀ ਟਕਸਾਲ ਦੇ ਨਾਲ ਜੁੜੇ ਹੋਏ ਪ੍ਰੇਮੀ ਜਨਾਂ, ਵਿਦਿਆਰਥੀਆਂ ਨੇ ਔਰ ਸਿੱਖ ਟੂ ਇੰਸਪਾਇਰ ਜਥੇਬੰਦੀ ਈਸਟ ਲੰਡਨ ਤੋਂ ਦਮਦਮੀ ਟਕਸਾਲ ਦੇ ਵਿਦਿਆਰਥੀ ਸਿੰਘ ਸਾਰਿਆਂ ਦਾ ਸਹਿਯੋਗ ਪ੍ਰਾਪਤ ਹੋ ਕੇ ਇਸ ਬਰਮਿੰਘਮ ਸ਼ਹਿਰ ਦੀਆਂ ਸੰਗਤਾਂ ਦਾ ਖਾਸ ਯੋਗਦਾਨ ਹੁੰਦਿਆਂ ਹੋਇਆਂ ਇਹ 4 ਰੋਜ਼ਾ ਜੋ ਗੁਰਮਤਿ ਸਮਾਗਮ ਕਰਵਾਇਆ ਜਾ ਰਿਹਾ ਹੈ, ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸੰਪੂਰਨਤਾ ਦੇ ਦਿਵਸ ਨੂੰ ਸਮਰਪਿਤ ਅਤੇ ਦਮਦਮੀ ਟਕਸਾਲ ਦੇ 13ਵੇਂ ਜਥੇਦਾਰ ਸੱਚਖੰਡ ਵਾਸੀ ਸੰਤ ਗਿਆਨੀ ਕਰਤਾਰ ਸਿੰਘ ਖਾਲਸਾ ਜੀ ਪਿੰਡਰਾਂ ਵਾਲਿਆਂ ਮਹਾਂਪੁਰਸ਼ਾਂ ਦੀ ਮਿੱਠੀ ਯਾਦ ਨੂੰ ਸਮਰਪਿਤ ਇਹ ਸਮਾਗਮ ਕਰਵਾਇਆ ਜਾ ਰਿਹਾ ਹੈ, ਜੋ ਅੱਜ ਤੀਜੇ ਦਿਨ ਦਾ ਸਮਾਗਮ ਸੰਪੂਰਨਤਾ ਦੇ ਨੇੜੇ ਹੈ। ਕੱਲ੍ਹ ਦਾ ਇੱਕ ਦਿਨ ਦਾ ਦੀਵਾਨ ਆਪਣੇ ਪਾਸ ਬਾਕੀ ਹੈ। ਕੱਲ੍ਹ ਨੂੰ ਜੋ ਕੱਲ੍ਹ ਰੋਜ਼ ਤੋਂ ਆਰੰਭ ਹੋਏ ਸ਼੍ਰੀ ਅਖੰਡ ਪਾਠ ਸਾਹਿਬ ਹਨ, ਸਵੇਰੇ 10 ਵਜੇ ਦੇ ਕਰੀਬ ਭੋਗ ਪਾਏ ਜਾਣਗੇ। ਆਰੰਭ ਕੀਤੇ ਹੋਏ ਸ਼੍ਰੀ ਦਸਮ ਗ੍ਰੰਥ ਦੇ ਸਹਿਜ ਪਾਠ ਦਾ ਭੋਗ ਵੀ ਪਏਗਾ ਔਰ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਵੱਲੋਂ ਬਾਬਾ ਬਿਧੀ ਚੰਦ ਅਤੇ ਉਹਨਾਂ ਦੇ ਸੁਪੁੱਤਰ ਲਾਲ ਚੰਦ ਜੀ, ਉਸ ਪਰਿਵਾਰ ਨੂੰ ਜਿਹੜੇ ਸ਼ਸਤਰ ਬਖਸ਼ੇ ਗਏ, ਉਹਨਾਂ ਦੇ ਦਰਸ਼ਨ ਵੀ ਕਰਵਾਏ ਜਾਣਗੇ।
ਇਸੇ ਤਰ੍ਹਾਂ ਦੀਵਾਨ ਵੀ ਸਜਣਗੇ, ਕਥਾ ਕੀਰਤਨ ਪ੍ਰਵਾਹ ਚੱਲਣਗੇ। ਆਪ ਸੰਗਤਾਂ ਨੇ ਜਿਵੇਂ ਪਿਛਲੇ ਦਿਨਾਂ ਵਿੱਚ ਸ਼ੁਮਾਰ ਕੀਤਾ ਹੈ, ਹਾਜ਼ਰੀਆਂ ਭਰੀਆਂ ਹਨ, ਇਸੇ ਤਰ੍ਹਾਂ ਕੱਲ੍ਹ ਨੂੰ ਵੀ ਵੱਧ ਚੜ੍ਹ ਕੇ ਤਸ਼ਰੀਫ ਲਿਆਉਣੀ ਤੇ ਆਪ ਜੀ ਨੇ ਲਾਹਾ ਪ੍ਰਾਪਤ ਕਰਨਾ, ਸੇਵਾਵਾਂ ਕਰਕੇ ਔਰ ਮਾਇਕ ਤੌਰ 'ਤੇ ਆਪ ਜੀ ਨੇ ਵੱਧ ਤੋਂ ਵੱਧ ਸਹਿਯੋਗ ਇਹਨਾਂ ਸਿੰਘਾਂ ਦਾ ਦੇਣਾ। ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਬੜੀ ਮਨ ਨੂੰ ਪ੍ਰਸੰਨਤਾ ਹੋਈ, ਹਾਰਦਿਕ ਪ੍ਰਸੰਨਤਾ ਹੋਈ ਹੈ ਕਿ ਅਜਿਹੇ ਸਮਾਗਮ ਵਿਦੇਸ਼ ਦੀਆਂ ਧਰਤੀ 'ਤੇ, ਲੰਡਨ ਵਰਗੇ ਔਰ UK ਵਰਗੀ ਧਰਤੀ 'ਤੇ ਅਜਿਹੇ ਸਮਾਗਮ ਆਪ ਜੀ ਕਰਵਾ ਰਹੇ ਹੋ ਤਾਂ ਕਿ ਸਾਡਾ ਆਉਣ ਵਾਲਾ ਭਵਿੱਖ ਚੰਗਾ ਹੋ ਸਕੇ। ਚਾਹੇ ਕਿਸੇ ਮਹਾਂਪੁਰਸ਼ ਦੀ ਬਰਸੀ ਮਨਾਈ ਜਾਏ, ਚਾਹੇ ਗੁਰਪੁਰਬ ਮਨਾਏ ਜਾਣ, ਇਸ ਤਰ੍ਹਾਂ ਦੇ ਵੱਡੇ ਇਕੱਠ ਕਰਕੇ ਦੀਵਾਨ ਸਜਾਏ ਜਾਣ ਤੇ ਸਾਰਿਆਂ ਦਾ ਪ੍ਰਯੋਜਨ ਤਾਂ ਇਹੀ ਹੈ ਕਿ ਸਾਡੇ ਅੰਦਰ ਗੁਰਮਤਿ ਗੁਰਸਿੱਖੀ ਆਏ। ਸਾਡੇ ਜਿਹੜੇ ਪਰਿਵਾਰ ਹਨ, ਬੱਚੇ ਹਨ, ਸਾਡੀ ਕੌਮ ਦਾ ਭਵਿੱਖ ਹਨ, ਇਹ ਸਾਂਭੇ ਰਹਿਣ, ਗੁਰਮਤਿ ਗੁਰਸਿੱਖੀ ਨਾਲ ਜੁੜੇ ਰਹਿਣ, ਆਪਣਾ ਵਿਰਸਾ ਵਿਰਾਸਤ ਭੁੱਲ ਨਾ ਜਾਣ। ਕਿਉਂਕਿ ਜੇ ਵਿਦੇਸ਼ਾਂ ਵਿੱਚ ਆ ਕੇ ਅਸੀਂ ਸਰਮਾਇਆ ਪ੍ਰਾਪਤ ਕਰ ਲਿਆ, ਧਨ ਸੰਪਦਾ ਵਿੱਚ ਵ੍ਰਿੱਧੀ ਹੋਈ ਤੇ ਪਰਿਵਾਰ ਸੰਭਾਲੇ ਨਾ ਗਏ, ਆਪਣਾ ਵਿਰਸਾ ਵਿਰਾਸਤ, ਆਪਣੀ ਸੱਭਿਅਤਾ ਨੂੰ, ਆਪਣੇ ਧਰਮ ਨੂੰ, ਜੇ ਇਹ ਆਪਣੀ ਬੋਲੀ ਨੂੰ, ਆਪਣੇ ਲਿਬਾਸ ਨੂੰ ਇਹ ਤਲਾਂਜਲੀ ਦੇ ਕੇ ਛੱਡ ਗਏ ਤੇ ਬਹੁਤ ਵੱਡਾ ਨੁਕਸਾਨ ਹੋਵੇਗਾ। ਇਸ ਗੱਲ ਦਾ ਫਿਕਰ ਵੀ ਸਾਨੂੰ ਵਿਦੇਸ਼ਾਂ 'ਚ ਵਸਦੇ ਸਿੱਖਾਂ ਨੂੰ ਰੱਖਣਾ ਚਾਹੀਦਾ ਤੇ ਇਸ ਫਿਕਰ ਵਿੱਚ ਆ ਕੇ ਸਾਨੂੰ ਵੱਧ ਤੋਂ ਵੱਧ ਅਜਿਹੇ ਸਮਾਗਮ ਕਰਵਾਉਣੇ ਚਾਹੀਦੇ ਨੇ। ਹੋਰ ਗੁਰਮਤਿ ਦੇ ਕੈਂਪ ਲਾਉਣੇ ਚਾਹੀਦੇ ਨੇ। ਚੰਗੀਆਂ ਧਾਰਮਿਕ ਸਕੂਲਾਂ ਵਿੱਚ ਜਾਂ ਗੁਰਦੁਆਰੇ ਸਾਹਿਬਾਨਾਂ 'ਚ ਵੀਕਐਂਡ 'ਤੇ ਆਪਣੇ ਬੱਚਿਆਂ ਨੂੰ ਲਿਜਾ ਕੇ ਧਰਮ ਦੀ ਤਾਲੀਮ, ਆਪਣੀ ਭਾਸ਼ਾ ਗੁਰਮੁਖੀ ਦਾ ਗਿਆਨ ਵੱਧ ਤੋਂ ਵੱਧ ਕਰਵਾਉਂਦੇ ਰਹਿਣਾ ਚਾਹੀਦਾ ਹੈ। ਕਿਉਂਕਿ ਜਿਸ ਤਰ੍ਹਾਂ ਦੀ ਜ਼ਮਾਨੇ ਵਿੱਚ ਹਵਾ ਚੱਲ ਰਹੀ ਹੈ, ਇੰਡੀਆ ਵਿੱਚ ਵੀ, ਪੰਜਾਬ ਵਿੱਚ, ਇਹਨਾਂ ਦੇਸ਼ਾਂ ਵਿੱਚ ਇਹ ਹਾਲਾਤ ਬਹੁਤ ਗਲਤ ਪਾਸੇ ਨੂੰ ਜਾ ਰਹੇ ਨੇ। ਅਜਿਹੇ ਸਮੇਂ ਦੇ ਵਿੱਚ ਫਿਕਰ ਕਰਨਾ ਨਿਹਾਇਤ ਲਾਜ਼ਮੀ ਹੈ, ਬਹੁਤ ਜ਼ਰੂਰੀ ਹੈ। ਔਰ ਮਾਰਸ਼ਲਿਜ਼ਮ ਵੀ ਸਾਡੇ ਅੰਦਰ ਚਾਹੀਦਾ, ਜੋ ਗੱਤਕੇ ਆਦਿਕ ਦਾ ਅਭਿਆਸ ਚੱਲ ਰਿਹਾ, ਇਹ ਵੀ ਜ਼ਰੂਰੀ ਹੈ। ਗੁਰੂ ਕੇ ਪਿਆਰਿਓ, ਬਾਕੀ ਸਭ ਧਰਮ ਸੰਸਾਰ ਵਿੱਚ ਜਿੰਨੇ ਵੀ ਹਨ ਸਤਿਕਾਰਯੋਗ ਨੇ, ਕਿਸੇ ਧਰਮ ਦੀ ਨਿੰਦਿਆ ਕਰਨੀ ਸਿੱਖ ਦਾ ਕਰਮ ਨਹੀਂ। ਪਰ ਇਹ ਇੱਕ ਅਟੱਲ ਸੱਚਾਈ ਹੈ ਕਿ ਜੋ ਸਤਿਗੁਰੂ ਨਾਨਕ ਦੇਵ ਮਹਾਰਾਜ ਦਾ ਧਰਮ ਚਲਾਇਆ ਹੋਇਆ, ਇਸ ਤੋਂ ਉੱਪਰ ਹੋਰ ਕੁਛ ਨਹੀਂ। ਇਸ ਤੋਂ ਉੱਪਰ ਦੁਨੀਆ ਵਿੱਚ ਕੋਈ ਧਰਮ ਨਹੀਂ, ਕੋਈ ਮਾਰਗ ਨਹੀਂ, ਕੋਈ ਪੰਥ ਨਹੀਂ। ਸਭ ਤੋਂ ਸ਼੍ਰੋਮਣੀ ਪੰਥ ਸਤਿਗੁਰੂ ਨਾਨਕ ਦੇਵ ਮਹਾਰਾਜ ਦਾ। ਇਹ ਗੱਲ ਵੱਖਰੀ ਕਿ ਜਿਸ ਧਰਮ ਦਾ ਵੀ ਕੋਈ ਫੋਲੋਅਰ ਹੈ, ਅਨੁਯਾਈ ਹੈ, ਜਿਸ ਧਰਮ ਵਿੱਚ ਉਹਦਾ ਜਨਮ ਹੋਇਆ, ਉਹਨੂੰ ਆਪਣਾ ਧਰਮ ਚੰਗਾ ਲੱਗਦਾ ਔਰ ਸਤਿਕਾਰ ਰੱਖਦਾ, ਆਪਣੇ ਧਰਮ ਨੂੰ ਵੱਡਾ ਸਮਝਦਾ। ਸਮਝੇ ਬੇਸ਼ੱਕ, ਕੋਈ ਗੱਲ ਨਹੀਂ, ਸਾਨੂੰ ਕੋਈ ਨਾਰਾਜ਼ਗੀ ਨਹੀਂ। ਪਰ ਸਾਨੂੰ ਸਿੱਖਾਂ ਨੂੰ ਆਪਣੇ ਸਤਿਗੁਰੂ ਜੀ ਸਭ ਤੋਂ ਵੱਡੇ ਸਮਝਣੇ ਚਾਹੀਦੇ ਹਨ ਤੇ ਸਤਿਗੁਰਾਂ ਦਾ ਚਲਾਇਆ ਮਤ ਸਭ ਤੋਂ ਉੱਚਾ ਸਮਝਣਾ ਚਾਹੀਦਾ ਹੈ। ਇਹ ਤਾਂ ਸਾਡੀ ਗੱਲ ਹੈ। ਪਰ ਦੂਜੇ ਮਤਾਂ ਦੇ ਲੋਕ ਵੀ ਜਿਨ੍ਹਾਂ ਦੇ ਹਿਰਦੇ 'ਚ ਸੱਚਾਈ ਨੇ ਜਨਮ ਲਿਆ, ਸੱਚੇ ਦਿਲ ਵਾਲੇ ਸੀ, ਉਹਨਾਂ ਨੇ ਭਾਵੇਂ ਉਹ ਇਸਲਾਮ ਦੇ ਵਿਦਵਾਨ ਹੋਏ ਨੇ, ਚਾਹੇ ਈਸਾਈ ਮਤ ਦੇ ਹਨ, ਸਨਾਤਨ ਮਤ ਦਾ ਕੋਈ ਵਿਦਵਾਨ ਵੀ ਹੈ, ਤੇ ਸੱਚਾਈ ਵਾਲੇ ਹਿਰਦੇ ਵਿੱਚੋਂ ਇਹ ਬਚਨ ਨਿਕਲਿਆ ਹੈ ਕਿ ਸਿੱਖ ਮਤ ਸਭ ਤੋਂ ਉੱਤੇ ਹੈ। ਮੈਂ ਇੱਕ ਦੋ ਉਦਾਹਰਨਾਂ ਦੇ ਕੇ ਅੱਗੇ ਕਥਾ ਸ਼ੁਰੂ ਕਰਾਂਗਾ। ਸਵਾਮੀ ਰਾਮ ਤੀਰਥ ਦੰਡੀ ਸੰਨਿਆਸੀ ਹਿੰਦੂ ਮਤ ਦਾ ਬੜਾ ਵੱਡਾ ਵਿਦਵਾਨ ਹੋਇਆ ਔਰ 12 ਪੰਥ ਜੋਗੀਆਂ ਦੇ ਹਨ, ਸੰਨਿਆਸੀਆਂ ਦੇ 10 ਪੰਥ ਨੇ। ਭਾਈ ਗੁਰਦਾਸ ਦਾ ਕਥਨ ਹੈ, 10 ਨਾਮ ਸੰਨਿਆਸੀਆਂ ਜੋਗੀ 12 ਪੰਥ ਚਲਾਏ। ਸੰਨਿਆਸ ਦਾ ਅਰਥ ਹੈ ਬਿਲਕੁਲ ਤਿਆਗ। ਬਿਲਕੁਲ ਤਿਆਗੀ ਬੰਦਿਆਂ ਦੇ ਉਹ ਸੰਨਿਆਸੀਆਂ ਦੇ 10 ਫਿਰਕੇ ਨੇ। ਉਹਨਾਂ ਵਿੱਚੋਂ ਇੱਕ ਦੰਡੀ ਸੰਨਿਆਸੀ ਹੈ। ਬ੍ਰਾਹਮਣ ਹਿੰਦੂ ਮਤ ਦੇ ਸਭ ਲੋਕਾਂ ਦਾ ਗੁਰੂ ਮੰਨਿਆ ਗਿਆ। ਬ੍ਰਾਹਮਣਾਂ ਦੇ ਘਰ ਜੰਮਿਆ ਵਿਦਵਾਨ ਹੀ ਗੁਰੂ ਮੰਨਿਆ ਜਾਂਦਾ ਔਰ ਬ੍ਰਾਹਮਣਾਂ ਦੇ ਜਿਹੜੇ ਗੁਰੂ ਹਨ ਉਹ ਸੰਨਿਆਸੀ ਮੰਨੇ ਗਏ ਨੇ। ਬ੍ਰਾਹਮਣਾਂ ਪੰਡਤਾਂ ਵਿਦਵਾਨਾਂ ਦਾ ਗੁਰੂ ਸੰਨਿਆਸੀ ਹੁੰਦਾ। ਜਿਹੜਾ ਸਵਾਮੀ ਰਾਮ ਤੀਰਥ ਹੋਇਆ, ਜਨਮ ਬ੍ਰਾਹਮਣਾਂ ਦੇ ਘਰ ਦਾ ਸੀ ਤੇ ਇਹਦਾ ਵਿਆਹ ਨਹੀਂ ਕੀਤਾ ਮਾਪਿਆਂ ਨੇ। ਪਹਿਲਾਂ ਤਾਂ ਬਚਪਨ ਤੋਂ ਹੀ ਇਹਨੂੰ ਕਾਸ਼ੀ ਸ਼ਹਿਰ ਵਿਖੇ ਵਿਦਵਾਨਾਂ ਕੋਲ ਬਿਠਾਇਆ ਤੇ ਇਹਨੇ ਸੰਸਕ੍ਰਿਤ ਭਾਸ਼ਾ ਸਿੱਖੀ। ਫਿਰ ਇਹਨੇ 4 ਵੇਦ ਉਹਨਾਂ ਤੋਂ ਸਿੱਖੇ, ਉਹਨਾਂ ਦੇ ਅਰਥ ਪੜ੍ਹੇ ਔਰ 18 ਪੁਰਾਣ, 6 ਸ਼ਾਸਤਰ, 27 ਸਿਮਰਤੀਆਂ ਤੇ ਸਾਰੇ ਉਪਨਿਸ਼ਦ ਸਭ ਗ੍ਰੰਥ ਨੇ ਪੜ੍ਹੇ। ਚੰਗੀ ਤਰ੍ਹਾਂ ਘੋਟਾ ਲਾਇਆ, ਬੜਾ ਵਿਦਵਾਨ ਬਣਿਆ ਤੇ ਇਹ ਪਰਮਾਰਥ ਦੀ ਮੰਜ਼ਿਲ ਤੱਕ ਪਹੁੰਚਣਾ ਚਾਹੁੰਦਾ ਸੀ।
ਆਤਮ ਗਿਆਨ, ਰੂਹਾਨੀਅਤ ਦਾ ਗਿਆਨ ਇਹ ਪ੍ਰਾਪਤ ਕਰਨਾ ਚਾਹੁੰਦਾ ਸੀ। ਚੰਗਾ ਸੁਭਾਅ ਸੀ ਇਸ ਦਾ, ਖੋਜ ਚੰਗੀ ਸੀ, ਮਨ ਦੇ ਅੰਦਰ ਪਰਮਾਰਥਕ ਇੱਛਾ ਜਾਗੀ, ਬੜੀ ਵਧੀਆ ਗੱਲ ਸੀ। ਅਸੀਂ ਕਈ ਵਾਰੀ ਦੂਜਿਆਂ ਦੀ ਨਿੰਦਾ ਕਰਨ ਲੱਗ ਜਾਂਦੇ ਸਾਰਿਆਂ ਦੀ, ਪਰ ਨਹੀਂ, ਸਾਰਿਆਂ ਮਤਾਂ ਦੇ ਅੰਦਰ ਚੰਗੇ ਚੰਗੇ ਸੁਭਾਅ ਵਾਲੇ ਤੇ ਕਮਾਈਆਂ ਵਾਲੇ, ਮਿਹਨਤ ਕਸ਼, ਜੋਹਦੀ, ਕਮਾਈਆਂ ਵਾਲੇ, ਤਪੱਸਿਆ ਵਾਲੇ, ਬੰਦਗੀਆਂ ਵਾਲੇ ਬੰਦੇ ਹੁੰਦੇ ਨੇ। ਔਰ ਇਸੇ ਤਰ੍ਹਾਂ ਇਹ ਸੰਨਿਆਸੀ ਬਣਿਆ, ਇਹਦਾ ਆਸ਼ਰਮ ਵੀ ਬਣਿਆ ਕਾਂਸ਼ੀ ਸ਼ਹਿਰ ਵਿੱਚ, ਚੇਲੇ ਵੀ ਹੈ ਸਨ, ਮੱਥੇ ਟਿਕਦੇ ਸਨ, ਪੂਜਾ ਪ੍ਰਤਿਸ਼ਠਾ ਸੀ, ਪਰ ਇਹਦੇ ਮਨ ਨੂੰ ਸ਼ਾਂਤੀ ਨਹੀਂ ਸੀ, ਕਿਉਂਕਿ ਜੋ ਗਿਆਨ ਇਹ ਲੱਭਦਾ ਸੀ ਉਹ ਪ੍ਰਾਪਤ ਨਹੀਂ। ਜਿਸ ਅਵਸਥਾ ਨੂੰ ਕਿਹਾ ਗਿਆ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ। ਉਹ ਵਿਗਾਸ ਸਦਾ ਦਾ ਖੇੜਾ, ਹਰਖ ਸੋਗ ਦੋਹਾਂ ਤੇ ਮੁਕਤਾ, ਆਏ ਹਰਖ ਨਾ ਗਏ ਸੋਗ। ਕੁਝ ਪ੍ਰਾਪਤ ਹੋ ਜਾਏ ਤੇ ਖੁਸ਼ੀ ਉਛਾਲਾ ਨਹੀਂ, ਸਭ ਕੁਝ ਚਲਿਆ ਜਾਏ ਤੇ ਗਮੀ ਨਹੀਂ। ਇਸ ਤਰ੍ਹਾਂ ਦੀ ਅਵਸਥਾ ਨੂੰ ਕਿਹਾ ਜਾਂਦਾ ਵਿਗਾਸ ਵਾਲੀ, ਆਨੰਦ ਵਾਲੀ ਅਵਸਥਾ। ਅਸੀਂ ਸਾਰੇ ਖੁਸ਼ੀ ਚਾਹੁੰਦੇ ਹਾਂ, ਸਰੀਰਕ ਸੁੱਖ ਨੂੰ ਹੀ ਅਸੀਂ ਮੰਜ਼ਿਲ ਸਮਝ ਲਿਆ ਤੇ ਸੁੱਖ ਹੀ ਮੰਨੀ ਜਾਂਦੇ ਵੀ ਸੁੱਖ ਪ੍ਰਾਪਤ ਹੋ ਜਾਏ। ਇੱਥੇ ਰੋਜ਼ ਰਹਿਰਾਸ ਸਾਹਿਬ ਦੇ ਪਾਠ ਵਿੱਚ ਸਤਿਗੁਰੂ ਸਾਨੂੰ ਸਿੱਖਿਆ ਪ੍ਰਦਾਨ ਕਰਦੇ ਨੇ। ਆਰੰਭਤਾ ਇੱਥੋਂ ਹੁੰਦੀ, ਦੁੱਖ ਦਾਰੂ ਸੁਖ ਰੋਗ ਭਇਆ। ਹਜ਼ੂਰ ਸਿੱਖਿਆ ਦਿੰਦੇ, ਸਿੱਖਾ ਜੋ ਮੰਗੀ ਜਾਣਾ ਇਹ ਰੋਗ ਹੈ। ਸੁਖ ਮੰਗਦਾ ਸਰੀਰਕ ਸੁਖ, ਇਹ ਰੋਗ ਹੀ, ਤੇ ਦੁੱਖ ਇਹਨਾਂ ਰੋਗਾਂ ਦਾ ਦਾਰੂ ਆ ਜੋ ਤੂੰ ਪ੍ਰਵਾਨ ਨਹੀਂ ਕਰ ਰਿਹਾ। ਤੂੰ ਦੁੱਖ ਨੂੰ ਐਕਸੈਪਟ ਨਹੀਂ ਕਰਦਾ, ਕਹਿੰਦਾ ਕਦੇ ਮੈਨੂੰ ਤੇ ਮੇਰੇ ਪਰਿਵਾਰ ਨੂੰ ਦੁੱਖ ਨਾ ਮਿਲੇ, ਸਦਾ ਸੁਖ ਹੀ ਸੁਖ ਮਿਲੇ। ਇਹਦੇ ਵਿੱਚ ਉਲਝ ਕੇ ਰਹਿ ਗਿਆ ਤੇ ਦੁੱਖ ਹੀ ਪੱਲੇ ਪੈਣਗੇ। ਹਜ਼ੂਰ ਕਹਿੰਦੇ ਨੇ, ਸੁਖ ਕੋ ਮੰਗੈ ਸਭ ਕੋ, ਦੁੱਖ ਨਾ ਮੰਗੈ ਕੋਏ। ਪਰ ਦੁੱਖ ਕੀਆਂ ਪੰਡਾਂ ਖੁੱਲੀਆਂ, ਸੁਖ ਨਾ ਨਿਕਲਿਓ ਕੋਏ। ਜੋ ਮੰਗ ਰਿਹਾ ਨਾ, ਇਹ ਤੇਰੀ ਪਰਿਭਾਸ਼ਾ ਗਲਤ ਆ। ਤੂੰ ਜਿਨ੍ਹਾਂ ਚੀਜ਼ਾਂ ਦੀ ਪ੍ਰਾਪਤੀ 'ਚ ਸੁਖ ਕਲਪਿਆ ਹੋਇਆ, ਉਹ ਸੁਖ ਨਹੀਂ, ਉਹ ਦੁੱਖ ਰੂਪ ਆ। ਜੋ ਕੁਝ ਅਸੀਂ ਮੰਗ ਰਹੇ ਹਾਂ ਨਾ, ਦੁੱਖ ਮੰਗ ਰਹੇ ਹਾਂ, ਆਪਣੇ ਵੱਲੋਂ ਸੁਖ ਮੰਗ ਰਹੇ ਹਾਂ, ਪਰ ਹੈ ਉਹ ਦੁੱਖ। ਇਹ ਸਾਡੀ ਅਗਿਆਨਤਾ ਕਰਕੇ ਹੈ। ਮਹਿਤੇ ਨਗਰ ਦੇ ਇੱਕ ਨਿਹੰਗ ਸਿੰਘ ਹੋਏ ਨੇ, ਜਥੇਦਾਰ ਬਾਬਾ ਗੁਰਦਿੱਤ ਸਿੰਘ ਜੀ, ਤੇ ਉਹਨਾਂ ਦੇ ਬਾਰੇ 'ਚ ਮਸ਼ਹੂਰ ਸੀ ਕਿ ਜੋ ਅਰਦਾਸ ਕਰਨਗੇ ਉਹ ਪ੍ਰਵਾਨ ਹੋ ਜਾਏਗੀ। ਲੋਕ ਪ੍ਰੇਮੀ ਘਰਾਂ 'ਚ ਅਖੰਡ ਪਾਠ ਸਾਹਿਬ ਕਰਾਉਂਦੇ ਸਨ ਤੇ ਉਹਨਾਂ ਨੂੰ ਭੋਗ ਤੇ ਸੱਦਿਆ ਕਰਦੇ ਸਨ। ਤੇ ਕਈ ਪ੍ਰੇਮੀਆਂ ਨੇ ਕਹਿਣਾ, ਬਾਬਾ ਜੀ ਗਰੀਬੀ ਹੈ, ਧਨ ਦੌਲਤ ਵਾਸਤੇ ਅਰਦਾਸ ਕਰੋ। ਬਾਬਾ ਜੀ ਪੋਤਰਾ ਹੈ ਨਹੀਂ, ਬਾਬਾ ਜੀ ਪੁੱਤ ਦੀ ਅਰਦਾਸ ਕਰਾਉਣੀ, ਫਲਾਨੀ ਚੀਜ਼ ਦੀ ਅਰਦਾਸ। ਉਹਨਾਂ ਨੇ ਸਭ ਚੇਤਾ ਭੁਲਾ ਦੇਣਾ ਤੇ ਇੱਕੋ ਅਰਦਾਸ ਕਰਨੀ ਕਿ ਸਤਿਗੁਰੂ ਜੀ, ਇਸ ਪਰਿਵਾਰ ਨੇ ਅਖੰਡ ਪਾਠ ਸਾਹਿਬ ਕਰਾਇਆ ਤੁਹਾਡੀ ਬਾਣੀ ਦਾ, ਇਸ ਨਿਮਾਣੇ ਪਰਿਵਾਰ ਨੂੰ, ਇਸ ਨਿਮਾਣੇ ਸਿੱਖ ਨੂੰ ਆਪਣੀ ਗੁਰਸਿੱਖੀ ਨਾਮਦਾਨ ਬਖਸ਼ ਕੇ ਨਵਾਜੋ। ਇਹੋ ਅਰਦਾਸ ਕਰਨੀ। ਤੇ ਕਈਆਂ ਨੇ ਕਹਿਣਾ ਵੀ ਬਾਬਾ ਜੀ ਅਸੀਂ ਤੇ ਪੋਤਰੇ ਦੀ ਅਰਦਾਸ ਲਈ ਕਿਹਾ, ਅਸੀਂ ਫਲਾਨੀ ਅਰਦਾਸ ਵਾਸਤੇ ਕਿਹਾ, ਤੁਸੀਂ ਅਰਦਾਸ 'ਚ ਉਸ ਚੀਜ਼ ਦਾ ਨਾਂ ਹੀ ਨਹੀਂ ਲਿਆ। ਤਾਂ ਉਹਨਾਂ ਜਫੀ 'ਚ ਲੈ ਕੇ ਕਹਿਣਾ ਵੀ ਪ੍ਰੇਮੀਆਂ, ਤੇਰੇ ਵਾਸਤੇ ਤੇ ਬੜੀ ਵੱਡੀ ਸਿਫਾਰਿਸ਼ ਕਰਤੀ ਹੈ ਗੁਰੂ ਮਹਾਰਾਜ ਨੂੰ। ਜੇ ਤੈਨੂੰ ਗੁਰਸਿੱਖੀ ਨਾਮਦਾਨ ਮਿਲ ਗਿਆ ਤੇ ਬਾਕੀ ਦਾਤਾਂ ਮਗਰ ਭੱਜੀਆਂ ਆਉਣਗੀਆਂ, ਤੂੰ ਕਿਉਂ ਨਹੀਂ ਇਸ ਦਾਤ ਦੀ ਕਦਰ ਕਰਦਾ? ਤੇਰੀ ਅਗਿਆਨਤਾ ਹੈ, ਤੇਰੀ ਬੇਸਮਝੀ ਆ ਵੀ ਤੂੰ ਗੁਰਸਿੱਖੀ ਨਾਮਦਾਨ ਨਹੀਂ ਮੰਗਦਾ। ਅਸੀਂ ਚਾਹੁੰਦੇ ਹਾਂ ਵੀ ਰੱਬ ਦਾ ਕੋਈ ਸੰਤ ਮਿਲੇ ਜਿਹਦੇ ਕੋਲ ਅਸੀਂ ਜਾਇਆ ਕਰੀਏ ਤੇ ਥਾਪੜਾ ਦੇ, ਜੋ ਅਸੀਂ ਮੰਗਦੇ ਮਿਲੀ ਜਾਏ। ਪਰ ਸੰਤ ਬੰਦਗੀ ਕਰਨ ਵਾਲਾ ਸਾਡੇ ਸ਼ਰੀਕਾਂ ਘਰ ਜੰਮਣਾ ਚਾਹੀਦਾ, ਸਾਡੇ ਘਰ ਨਹੀਂ ਜੰਮਣਾ ਚਾਹੀਦਾ। ਰੱਬ ਦੀ ਬੰਦਗੀ ਕਰਨ ਵਾਲਾ ਸਾਡੇ ਘਰ ਨਾ ਜੰਮੇ, ਸ਼ਰੀਕਾਂ ਘਰ ਜੰਮੇ। ਸਾਨੂੰ ਤੇ ਪੈਸਾ ਇਕੱਠਾ ਕਰਕੇ ਲਿਆਉਣ ਵਾਲਾ ਚਾਹੀਦਾ। ਇਹ ਹੈ ਸਾਡੀ ਅਗਿਆਨਤਾ। ਇਹ ਪਰਮਾਰਥ ਦੀ ਇੱਛਾ ਕੀ ਹੁੰਦੀ ਹੈ? ਪਰਮ ਪ੍ਰਯੋਜਨ ਦੀ ਇੱਛਾ, ਵੀ ਸਾਡੇ ਮਨੁੱਖਾ ਦੇਹ ਦਾ, ਸਰੀਰ ਦਾ ਪ੍ਰਯੋਜਨ ਕੀ ਹੈ? ਪ੍ਰਯੋਜਨ ਹੈ ਆਪਣੇ ਸਰੂਪ ਦੇ ਗਿਆਨ ਦੀ ਪ੍ਰਾਪਤੀ। ਕੱਲ੍ਹ ਸ਼ਾਮਾਂ ਦੇ ਦੀਵਾਨ 'ਚ ਬੇਨਤੀ ਆਰੰਭ ਕੀਤੀ ਸੀ, ਪਰ ਖਿਆਲ ਹੋਰ ਪਾਸੇ ਚਲਿਆ ਗਿਆ। ਸਾਰ ਕਿਤਾਬਲੀ ਛੋਟਾ ਜਿਹਾ ਗ੍ਰੰਥ ਹੈ ਤੇ ਉਹਦਾ ਕਰਤਾ ਇਹ ਬਚਨ ਲਿਖਦਾ ਹੈ, ਨਿੰਦਰਾ ਭੋਜਨ ਭੋਗ ਭੈ ਯਹ ਪਸ ਪੁਰਖ ਸਮਾਨ। ਰੋਜ਼ ਨੀਂਦ ਲੈਣੀ, ਸੌਣਾ ਸਰੀਰਕ ਤੌਰ ਤੇ ਇਸੇ ਤਰ੍ਹਾਂ ਭੋਜਨ ਛਕਣਾ, ਵੰਨ ਸੁਵੰਨੇ ਪਦਾਰਥ ਖਾਣੇ, ਭੋਗ ਵਿਕਾਰਾਂ ਦਾ ਭੋਗਣਾ, ਸੰਤਾਨ ਦੀ ਉਤਪਤੀ ਹੋਣੀ, ਤਕੜੇ ਤੋਂ ਡਰਨਾ ਤੇ ਕਮਜ਼ੋਰ ਨੂੰ ਡਰਾਉਣਾ,
ਇਹ ਸਾਰੀਆਂ ਬਿਰਤੀਆਂ, ਇਹ ਲੱਛਣ ਪਸ਼ੂਆਂ ਵਿੱਚ ਵੀ, ਪੰਛੀਆਂ ਵਿੱਚ, ਜਾਨਵਰਾਂ 'ਚ, ਸਾਰਿਆਂ 'ਚ ਪਾਏ ਜਾਂਦੇ ਨੇ ਅਤੇ ਮਨੁੱਖ ਦੇ ਅੰਦਰ ਵੀ ਇਹ ਲੱਛਣ ਮੌਜੂਦ ਨੇ। ਫਿਰ ਸਵਾਲ ਉੱਠਦਾ ਹੈ ਭਈ ਮਨੁੱਖ ਉਹਨਾਂ ਪਸ਼ੂ ਜੂਨਾਂ ਤੋਂ, ਜਾਨਵਰਾਂ ਅਤੇ ਪੰਛੀਆਂ ਤੋਂ ਵਧੇਕ ਕਿਵੇਂ ਜੀ? ਤੁਸੀਂ ਕਿਵੇਂ ਕਹੀ ਜਾਂਦੇ ਹੋ ਭਈ 84 ਲੱਖ ਜੋਨ ਵਿੱਚ ਉੱਤਮ ਜਨਮ ਸੋ ਮਾਨਸ ਦੇਈ? ਤੁਹਾਡੇ ਭਾਈ ਗੁਰਦਾਸ ਨੇ ਇਹ ਕਿਉਂ ਲਿਖਿਆ? ਜੇ ਉਹਨਾਂ ਵਿੱਚ ਵੀ ਉਹੀ ਲੱਛਣ ਅਤੇ ਮਨੁੱਖ ਵਿੱਚ ਵੀ ਇਹੀ ਲੱਛਣ, ਤੇ ਫਿਰ ਇਹ ਵਧੇਕ ਕਿਵੇਂ? ਲਿਖਦਾ ਨਰਨ ਗਿਆਨ ਨਿਜ ਅਦਕਤਾ, ਗਿਆਨ ਬਿਨਾ ਪਸ ਜਾਨ। ਨਰਾਂ ਦੇ ਵਿੱਚ, ਆਦਮੀਆਂ ਦੇ ਵਿੱਚ ਅਦਕਤਾ, ਬਹੁਲਤਾ, ਵਡਿਆਈ, ਮਹੱਤਵ, ਮਹਾਨਤਾ ਇਹ ਆ ਵੀ ਇਸ ਜਾਮੇ ਦੇ ਅੰਦਰ, ਇਸ ਸਰੀਰ ਵਿੱਚ ਵਸਦਿਆਂ ਹੋਇਆਂ ਅਸੀਂ ਆਤਮ ਗਿਆਨ ਵਾਲੇ ਪਾਸੇ, ਨਿਜ ਦਾ ਗਿਆਨ, ਆਪਣੇ ਸਰੂਪ ਦਾ ਗਿਆਨ ਪ੍ਰਾਪਤ ਕਰਨ ਵਾਲੇ ਪਾਸੇ ਤੁਰ ਸਕਦੇ। ਜੇ ਤੁਰਾਂਗੇ ਸਤਿਗੁਰਾਂ ਦੇ ਆਖੇ ਲੱਗ ਕੇ ਤੇ ਜ਼ਰੂਰ ਕੁਛ ਨਾ ਕੁਛ ਕਦਮ ਤੁਰ ਕੇ ਮੰਜ਼ਿਲ ਵਾਲੇ ਪਾਸੇ ਨੂੰ ਜਾਵਾਂਗੇ। ਐਤਕੀ ਨਹੀਂ, ਅਗਲਾ ਜਨਮ, ਅਗਲਾ ਜਨਮ, ਅਗਲਾ ਜਨਮ। ਜੋ ਤੁਰਿਆ ਹੋਇਆ ਉਹਨੂੰ ਮੰਜ਼ਿਲ ਕਦੇ ਮਿਲੇਗੀ। ਨਿਰਾਸ਼ ਨਹੀਂ ਹੋਣਾ। ਇਹ ਕਾਹਲੀ ਦਾ ਮਾਰਗ ਵੀ ਨਹੀਂ ਤੇ ਹਠ ਦਾ ਮਾਰਗ ਵੀ ਨਹੀਂ। ਇਹ ਮਾਰਗ ਹੈ ਬਖਸ਼ਿਸ਼ ਦਾ। ਬਾਬਾ ਬੁੱਢਾ ਜੀ ਜਿਸ ਵੇਲੇ ਸਰੀਰ ਤਿਆਗਣ ਲੱਗੇ ਸਨ ਤੇ ਦੁਆਲੇ ਬੈਠੇ ਪ੍ਰੇਮੀ ਸਿੱਖਾਂ ਨੇ ਪੁੱਛਿਆ, ਬਾਬਾ ਜੀ ਤੁਸਾਂ 113 ਵਰ੍ਹੇ ਗੁਰੂ ਨਾਨਕ ਸਾਹਿਬ ਦੀ ਸਿੱਖੀ ਕਮਾਈ ਹੈ, ਤੁਹਾਡੇ ਜੀਵਨ ਦਾ ਤਜਰਬਾ ਬਹੁਤ ਮਹਾਨ ਹੈ, ਬਾਬਾ ਜੀ ਅੰਤਮ ਸਮੇਂ ਕੋਈ ਸਿੱਖਿਆ, ਕੋਈ ਪ੍ਰੇਰਨਾ? ਤਾਂ ਉਹਨਾਂ ਨੇ ਕਿਹਾ ਸੀ, ਜਦੋਂ ਤੱਕ ਸਰੀਰ ਵਿੱਚ ਦਮ ਹਨ, ਸਵਾਸ ਦੀ ਡੋਰ ਚੱਲਦੀ ਆ, ਉਦੋਂ ਤੱਕ ਹੀਲਾ, ਚਾਰਾ, ਉਦਮ, ਯਤਨ, ਕੋਸ਼ਿਸ਼ ਕਰਦੇ ਰਹਿਣਾ ਸੇਵਾ, ਸਿਮਰਨ, ਭਗਤੀ ਦਾ। ਪਰ ਟੇਕ ਬਖਸ਼ਿਸ਼ 'ਤੇ ਰੱਖਣੀ, ਗੁਰੂ ਦੀ ਬਖਸ਼ਿਸ਼ 'ਤੇ, ਆਪਣੇ ਕਰਮ 'ਤੇ ਟੇਕ ਨਾ ਰੱਖਣੀ। ਆਪਣੇ ਕਰਮ 'ਤੇ ਟੇਕ ਰੱਖਣੀ ਹੰਕਾਰ ਆ, ਅਤੇ ਹੰਕਾਰ ਸਤਿਗੁਰੂ ਨੂੰ, ਵਾਹਿਗੁਰੂ ਨੂੰ ਬਿਲਕੁਲ ਪਸੰਦ ਨਹੀਂ। ਅਸੀਂ ਕੀ ਆ? ਇੱਕ ਰੇਤ ਦਾ ਜਿਵੇਂ ਨਿੱਕਾ ਜਿਹਾ ਜ਼ਰਾ ਹੋਵੇ, ਕਿਣਕਾ ਹੋਵੇ, ਅਤੇ ਵਾਹਿਗੁਰੂ ਪਰਮਾਤਮਾ ਬਹੁਤ ਵੱਡਾ ਸਮੇਰ ਪਰਬਤ ਹੋਵੇ, ਇੱਕ ਨਿੱਕਾ ਜਿਹਾ ਕਿਣਕਾ ਉਹਦੇ ਸਾਹਮਣੇ ਬਫਾਵੇ, ਹੰਕਾਰ ਕਰੇ, ਫੁੰਡਾ ਫਾਂਡੀ ਕਰੇ, ਫੁੰਕਾਰੇ ਮਾਰੇ, ਤੇ ਉਹਨੂੰ ਪਸੰਦ ਆ ਸਕਦਾ? ਤੇ ਕੁਛ ਵੀ ਨਹੀਂ ਪਾਇਆ ਤਾਂ ਕੁਛ ਵੀ ਨਹੀਂ। ਇਹ ਜੇ ਦਮ ਰੁਕ ਗਿਆ ਤੇ ਅਸੀਂ ਮਿੱਟੀ ਖਾਕ ਦੀ ਢੇਰੀ ਆ। ਜੋ ਕੁਝ ਹੁਣ ਅਸੀਂ ਬਣੇ ਹੋਏ ਆ, ਆਪਣਾ ਸਰੂਪ ਸਰੀਰ ਮੰਨਿਆ ਹੋਇਆ ਹੈ, ਤੇ ਜਿਹਦਾ ਮਾਣ ਚੱਕਿਆ ਹੋਇਆ, ਤੇ ਇਸ ਤੋਂ ਅੱਗੇ ਮਾਣ ਵੱਧ ਗਿਆ। ਹਮ ਵੱਡ ਕਬ ਕੁਲੀਨ, ਹਮ ਪੰਡਤ, ਹਮ ਜੋਗੀ ਸੰਨਿਆਸੀ, ਗਿਆਨੀ ਗੁਣੀ ਸੂਰ ਹਮ ਦਾਤੇ, ਇਹ ਬੁੱਧ ਕਬ ਹੈ ਨਾ ਨਾਸੀ। ਐਸਾ ਮਾਣ ਹੰਕਾਰ ਅੰਦਰ ਵੜਿਆ ਹੋਇਆ। ਰੱਬ ਵਿੱਚ ਤੇ ਜੀਵ ਆਤਮਾ ਦੇ ਵਿੱਚ ਵਿੱਥ ਹੀ ਇਸ ਗੱਲ ਦੀ ਹੈ ਜਿਹਨੂੰ ਹੰਕਾਰ ਕਿਹਾ ਜਾਂਦਾ। ਹਜ਼ੂਰ ਕਹਿੰਦੇ ਨੇ, ਧਨ ਪਿਰਕਾ ਇੱਕ ਹੀ ਸੰਗ ਵਾਸਾ, ਵਿੱਚ ਹਉਮੈ ਭੀਤ ਕਰਾਰੀ। ਇਹ ਦੇਹੀ ਬੜੀ ਮਹਾਨ ਹੈ, ਅਤੇ ਇਹਦੇ ਵਿੱਚ ਹਿਰਦੇ ਦੇ ਅੰਦਰ ਧਨ, ਇਸਤਰੀ, ਜੀਵ, ਇਸਤਰੀ, ਆਤਮਾ ਅਤੇ ਫਿਰ ਪਰਮਾਤਮਾ ਦਾ ਇੱਕੋ ਥਾਂ 'ਤੇ ਵਾਸਾ, ਇਕੱਠੇ ਵਸਦੇ ਨੇ। ਪਰ ਵਿੱਚ ਹੰਗਤਾ ਦੀ ਕੰਧ ਹੈ ਬੜੀ ਕਰੜੀ। ਗੁਰ ਪੂਰਾ ਹਉਮੈ ਭੀਤ ਤੋਰੀ, ਜਨ ਨਾਨਕ ਮਿਲੇ ਬਨਵਾਰੀ। ਸੰਤ ਕਿਹਨਾਂ ਨੂੰ ਕਹਿੰਦੇ ਨੇ? ਜਿਨ੍ਹਾਂ ਦੀ ਇਹ ਹੰਗਤਾ ਦੀ ਕੰਧ ਵਿੱਚੋਂ ਟੁੱਟ ਗਈ ਅਤੇ ਸੰਸਾਰ ਬਾਗ ਦੇ ਵਾਲੀ ਵਾਹਿਗੁਰੂ ਨਾਲ ਆਤਮਾ ਦਾ ਮਿਲਾਪ ਹੋ ਗਿਆ, ਉਹਨੂੰ ਕਹਿੰਦੇ ਨੇ ਸੰਤ। ਤਾਂ ਹੀ ਕਿਹਾ, ਰਾਮ ਸੰਤ ਮੈਂ ਭੇਦ ਕਿਛ ਨਾਹੀ, ਏਕ ਜਨ ਕਈ ਮਹਿ ਲਾਖ ਕਰੋਰੀ। ਇਹੋ ਜਿਹਾ ਤੇਰਾ ਜਨ ਏਕ ਆਦ ਕੋਈ, ਤੇਰਾ ਜਨ ਭਗਤ ਅਸਲ, ਕੋਟ ਮੱਧੇ ਕੋ ਬਿਰਲਾ ਸੇਵਕ, ਹੋਰ ਸਗਲੇ ਬਿਵਹਾਰੀ। ਸਾਰੇ ਵੇਖਣ ਨੂੰ ਅਸੀਂ ਧਾਰਮਿਕ ਹਾਂ, ਆ ਬੜੇ ਗੁਰਸਿੱਖ ਬੈਠੇ, ਅਸੀਂ ਧਾਰਮਿਕ ਹਾਂ, ਧਰਮੀ ਹੋਵਾਉਂਦੇ ਹਾਂ, ਪਰ ਹਜ਼ੂਰ ਕਹਿੰਦੇ ਨੇ ਕਿ ਬਿਵਹਾਰੀ ਨੇ, ਵਪਾਰੀ, ਯਾਨੀ ਕਿ ਕੁਛ ਅਰਪਣ ਕਰਕੇ ਕੁਛ ਮੰਗ ਰਹੇ, ਕੁਝ ਹੋਰ ਚੀਜ਼ਾਂ ਮੰਗ ਰਹੇ ਹਾਂ। ਜੋ ਮੰਗਣ ਵਾਲੀ ਵਸਤੂ ਉਹ ਨਹੀਂ ਮੰਗਦੇ। ਸਤਿਗੁਰੂ ਆਪ ਜਾਚ ਦੱਸਦੇ ਨੇ, ਜਾਚਕ ਜਨ ਜਾਚੈ ਪ੍ਰਭ ਦਾਨ, ਕਰ ਕਿਰਪਾ ਦੇਵਹੁ ਹਰ ਨਾਮ। ਇਹ ਦਾਤਾਂ ਕਦੀ ਮੰਗੀਆਂ? ਹਜ਼ੂਰ ਕਹਿੰਦੇ ਨੇ, ਤੈਨੂੰ ਗਿਆਨ ਨਹੀਂ, ਤੂੰ ਜਿਹਨੂੰ ਸੁੱਖ ਸਮਝ ਰਿਹਾ ਹੈ ਉਹ ਦੁੱਖ ਰੂਪ ਹੈ, ਤੇ ਤੂੰ ਦੁੱਖ ਹੀ ਮੰਗੀ ਜਾ ਰਿਹਾ। ਜਦੋਂ ਉੱਚੀ ਬਿਰਤੀ ਨਾਲ ਉਹ ਖੋਲ੍ਹ ਕੇ ਵੇਖਿਆ ਤੇ ਦੁੱਖ ਦੀਆਂ ਪੰਡਾਂ ਹੀ ਸਨ, ਸੁੱਖ ਉਹਨਾਂ 'ਚ ਹੈ ਕੋਈ ਨਹੀਂ ਸੀ। ਹਾਂ, ਇਹ ਗੱਲ ਜ਼ਰੂਰ, ਕੁਝ ਲੋਕ ਸੁੱਖਾਂ ਦੀ ਪ੍ਰਾਪਤੀ ਲਈ ਉਹਨਾਂ ਕੋਲ ਤਾਕਤ ਆਈ ਤੇ ਉਹ ਹਲਾਕੂ, ਚੰਗੇਜ਼ ਖਾਂ, ਔਰੰਗਜ਼ੇਬ,
ਹਿਟਲਰ ਬਣ ਗਏ ਤੇ ਉਹਨਾਂ ਨੇ ਜੀਆਂ ਦਾ ਕਤਲੇਆਮ ਕੀਤਾ ਆਪਣੇ ਮਨ ਦੀ ਮਨੋਰਥ ਪੂਰੀ ਕਰਨ ਵਾਸਤੇ। ਪਰ ਕੁਝ ਲੋਕ ਅਸੀਂ ਕਮਜ਼ੋਰ, ਜਿਨ੍ਹਾਂ ਕੋਲ ਤਾਕਤ ਨਹੀਂ, ਪਰ ਇੱਛਾ ਅਸੀਂ ਵੀ ਸੰਸਾਰਕ ਸੁੱਖਾਂ ਦੀ ਰੱਖਦੇ ਹਾਂ। ਹਾਂ, ਇਹਨਾਂ ਸੁੱਖਾਂ ਦੀ ਇੱਛਾ ਵਾਸਤੇ ਵਾਹਿਗੁਰੂ ਪਰਮਾਤਮਾ ਨੂੰ, ਸਤਿਗੁਰੂ ਨੂੰ ਜੇ ਅਸੀਂ ਆਪਣਾ ਮਿੱਤਰ ਬਣਾ ਲਈਏ ਤਾਂ ਗੱਲ ਬੁਰੀ ਨਹੀਂ। ਰੱਬ ਦੀ ਮਿਹਰ ਹੈ ਕਿ ਅਸੀਂ ਹਲਾਕੂ, ਚੰਗੇਜ਼ ਖਾਂ, ਔਰੰਗਜ਼ੇਬ ਐਸੇ ਨਹੀਂ ਬਣੇ। ਸਾਨੂੰ ਰੱਬ ਨੇ ਉਹ ਪਦਵੀਆਂ ਨਹੀਂ ਦਿੱਤੀਆਂ ਰਾਜਿਆਂ ਮਹਾਰਾਜਿਆਂ ਵਾਲੀਆਂ। ਚੰਗੀ ਗੱਲ ਹੈ, ਇਹ ਬਖਸ਼ਿਸ਼ ਹੈ। ਔਰੰਗਜ਼ੇਬ ਹਿੰਦੁਸਤਾਨ ਦਾ ਬਾਦਸ਼ਾਹ ਸੀ। ਹਜ਼ੂਰ ਦਸਮ ਪਾਤਸ਼ਾਹ ਦਾ ਲਿਖਿਆ ਜ਼ਫਰਨਾਮਾ ਪੜ੍ਹਨ ਤੋਂ ਬਾਅਦ ਉਹ ਬਿਮਾਰ ਪੈ ਗਿਆ ਸੀ ਤੇ ਬਿਮਾਰ ਪਿਆ ਹੋਇਆ ਮੰਜੇ ਤੇ ਮਰਨ ਤੋਂ ਪਹਿਲਾਂ ਆਪਣੇ ਬੇਟੇ ਮੁਰਾਦ ਨੂੰ ਮੁਖਾਤਬ ਹੋ ਕੇ ਉਹਨੇ ਕੁਝ ਲਿਖਤ ਲਿਖੀ ਹੈ ਕਿ ਬੇਟਾ ਮੁਰਾਦ, ਰੱਬ ਕਿਸੇ ਨੂੰ ਬਾਦਸ਼ਾਹ ਨਾ ਬਣਾਏ। ਦੁਨੀਆ ਦਾ ਸਭ ਤੋਂ ਵੱਡਾ ਅਭਾਗਾ ਬੰਦਾ ਬਾਦਸ਼ਾਹ ਹੁੰਦਾ। ਮੈਂ ਇਸ ਬਾਦਸ਼ਾਹਤ ਵਾਸਤੇ ਬੜੇ ਉਪਦਰਵ, ਬੜੇ ਜ਼ੁਲਮ, ਬੜੇ ਪਾਪ, ਘਿਨਾਉਣੇ ਕਰਮ ਕੀਤੇ ਨੇ। ਔਰ ਮੈਂ ਆਪਣੇ ਪਿਓ ਸਕੇ ਨੂੰ ਭੁੱਖਾ ਧਿਆਇਆ, ਮਾਰਿਆ। ਮੈਂ ਸੰਤ ਭਗਤ ਮਾਰੇ। ਮੈਂ ਆਪਣੀ ਭੈਣ ਦਾ ਕਤਲ ਕਰਾਇਆ। ਭਰਾਵਾਂ ਦੀ ਛਾਤੀ ਤੇ ਚੜ੍ਹ ਕੇ ਮੈਂ ਤਖਤ ਤੇ ਚੜ੍ਹਿਆ। ਔਰ ਮੈਂ ਆਪਣੀ ਸਕੀ ਧੀ ਦਾ ਕਤਲ ਵੀ ਕਰਾ ਦਿੱਤਾ, ਸਿਰਫ ਇਸ ਪਾਤਸ਼ਾਹਤ ਨੂੰ ਕਾਇਮ ਰੱਖਣ ਵਾਸਤੇ ਮੇਰੇ ਕੋਲ ਰਹੇ। ਪਰ ਮੈਂ ਇਹ ਭੁੱਲ ਗਿਆ ਕਿ ਇੱਕ ਦਿਨ ਮੈਂ ਤਖਤ ਨੂੰ ਛੱਡ ਕੇ ਤਖਤੇ ਤੇ ਪੈ ਜਾਣਾ, ਫਿਰ ਮਿੱਟੀ ਖਾਕ ਵਿੱਚ ਰਲ ਜਾਣਾ। ਇਹ ਮੈਂ ਚੇਤਾ ਭੁਲਾਈ ਰੱਖਿਆ। ਦੁਨੀਆ ਦਾ ਸਭ ਤੋਂ ਭਾਗਾ ਬੰਦਾ ਬਾਦਸ਼ਾਹ ਹੁੰਦਾ। ਉਹਦੇ ਰਾਜਕਾਲ ਦੌਰਾਨ ਉਹਦੇ ਅਹਿਲਕਾਰ ਵੀ ਜਿੰਨੇ ਪਾਪ ਕਰਨ, ਉਹਦੇ ਵਿੱਚੋਂ ਵੀ ਹਿੱਸਾ ਮਿਲੇਗਾ ਉਸਨੂੰ, ਕਿਉਂਕਿ ਉਹ ਜ਼ਿੰਮੇਵਾਰ ਹੈ। ਦੇਸ਼ ਦਾ ਬਾਦਸ਼ਾਹ ਹੈ, ਵਾਰਸ ਹੈ। ਉਹਦੇ ਰਾਜ ਵਿੱਚ ਕਿਉਂ ਮਾੜੇ ਕਰਮ ਹੋਣ, ਜ਼ਿੰਮੇਵਾਰੀ ਉਸਦੀ ਹੈ। ਇਸ ਕਰਕੇ ਉਹ ਕਹਿਣ ਲੱਗਾ, ਹੁਣ ਸਾਰੇ ਹੀ ਕਰਮ ਮੇਰੀਆਂ ਅੱਖਾਂ ਦੇ ਅੱਗੋਂ ਦੀ ਲੰਘ ਰਹੇ ਨੇ ਤੇ ਮੈਂ ਇਹਨਾਂ ਕਰਮਾਂ ਸਮੇਤ ਇਕੱਲਾ ਹੀ ਇਸ ਫਾਨੀ ਸੰਸਾਰ ਤੋਂ ਜਾ ਰਿਹਾ। ਸ਼ਾਇਦ ਮੈਂ ਕਦੇ ਬਖਸ਼ਿਆ ਨਹੀਂ ਜਾਵਾਂਗਾ। ਇਸ ਕਰਕੇ ਜਦੋਂ ਮੈਨੂੰ ਦਫਨਾਉਣ ਵਾਸਤੇ ਮੇਰਾ ਜਨਾਜ਼ਾ ਲੈ ਕੇ ਜਾਇਆ ਜਾਏ, ਮੇਰੇ ਹੱਥ ਤੇ ਮੇਰੇ ਪੈਰ ਕਫਨ ਤੋਂ ਬਾਹਰ ਹੋਣੇ ਚਾਹੀਦੇ ਨੇ, ਤਾਂ ਕਿ ਬਾਕੀ ਦੁਨੀਆ ਦੇ ਲੋਕ ਮੇਰੇ ਵੱਲ ਵੇਖ ਕੇ ਸਿੱਖਿਆ ਪ੍ਰਾਪਤ ਕਰ ਲੈਣ ਕਿ ਉਹ ਵੱਡਾ ਬਾਦਸ਼ਾਹ ਮੁਰਦਾ ਹੋਇਆ, ਹੱਥਾਂ ਤੋਂ ਖਾਲੀ ਤੇ ਪੈਰਾਂ ਤੋਂ ਨੰਗਾ ਜਾ ਰਿਹਾ। ਅਸੀਂ ਵੀ ਜਾਣਾ। ਕਾਹਦੇ ਵਾਸਤੇ ਮਾੜੇ ਕਰਮ ਕਰੀਏ? ਮੈਨੂੰ ਅਕਲ ਨਹੀਂ ਆਈ, ਦੁਨੀਆ ਦੇ ਬਾਕੀ ਲੋਕ ਮੇਰੇ ਵੱਲ ਵੇਖ ਕੇ ਅਕਲ ਲੈ ਲੈਣਗੇ। ਔਰ ਜਦੋਂ ਮੈਨੂੰ ਦਫਨਾਉਣਾ, ਮੇਰੀ ਕਬਰ ਤੇ ਕੋਈ ਰੁੱਖ ਨਹੀਂ ਲਾਉਣਾ, ਮੇਰੀ ਕਬਰ ਨੂੰ ਵੀ ਸ਼ਾਮ ਮਾਨਣ ਦਾ ਅਧਿਕਾਰ ਨਹੀਂ। ਹਜ਼ੂਰ ਦਸਮ ਪਾਤਸ਼ਾਹ ਦੀ ਕਲਮ ਨੇ ਉਹਦੀਆਂ ਅੱਖਾਂ ਖੋਲ੍ਹੀਆਂ। ਮਤਲਬ ਹੈ ਕਿ ਦੁਨੀਆ ਦੇ ਵੱਡੇ ਵੱਡੇ ਬਾਦਸ਼ਾਹ ਲੋਕ ਇਸ ਫਾਨੀ ਸੰਸਾਰ ਤੋਂ ਅਲਵਿਦਾ ਕਰਕੇ ਚਲੇ ਗਏ। ਅਸੀਂ ਕਿਹਦੇ ਵਿਚਾਰੇ ਹਾਂ? ਮੁਹੰਮਦ ਸ਼ਾਹ ਨੇ ਲਿਖਿਆ, ਇਹ ਜੱਗ ਸਰਾਮ ਮੁਸਾਫਰਾਂ ਦੀ, ਇੱਥੇ ਜ਼ੋਰ ਵਾਲੇ ਕਈ ਆ ਗਏ। ਸ਼ੱਦਾਦ, ਨਮਰੂਦ, ਫਰਾਉਨ ਜਿਹੇ ਦਾਵੇ ਬੰਨ ਖੁਦਾ ਕਹਾ ਗਏ। ਅਕਬਰ ਸ਼ਾਹ ਵਰਗੇ ਵਿੱਚ ਦਿੱਲੀ ਦੇ ਜੀ, ਫੇਰੀ ਵਾਂਗ ਵਣਜਾਰਿਆਂ ਪਾ ਗਏ। ਸ਼ਾਹ ਮੁਹੰਮਦਾ ਰਹੇਗਾ ਰੱਬ ਸੱਚਾ, ਵਾਜੇ ਕੂੜ ਦੇ ਕਈ ਵਜਾ ਗਏ। ਝੂਠ ਦੇ ਵਾਜੇ ਵਜਾ ਕੇ ਇੱਥੋਂ ਤੁਰਦੇ ਬਣੇ, ਬਲਕਿ ਇਨਸਾਨੀ ਜਾਮੇ ਦੀ ਤੇ ਪਾਇਆ ਹੀ ਕੋਈ ਨਹੀਂ। ਕੀ ਜਾਣੀਏ ਅਗਲਾ ਸਾਹ ਚੱਲਦਾ ਰਹੇਗਾ ਕਿ ਰੁਕ ਜਾਏਗਾ। ਹਜ਼ੂਰ ਕਹਿੰਦੇ ਨੇ, ਗੁਰੂ ਨਾਨਕ ਸਾਹਿਬ ਜਦੋਂ ਮੱਕੇ ਸ਼ਰੀਫ ਗਏ ਸਨ, ਚਰਨਾਂ ਦੁਆਲੇ ਮੱਕਾ ਘੁੰਮਿਆ ਤੇ ਸਾਰੇ ਇਕੱਠੇ ਹੋਏ ਮੁਸਲਮਾਨ ਮੌਲਵੀ, ਕਾਜੀ, ਤੇ ਉਹਨਾਂ ਨੇ ਗੁਰੂ ਨਾਨਕ ਸਾਹਿਬ ਨੂੰ ਪੁੱਛਿਆ, ਜੀ ਤੁਸੀਂ ਕੌਣ ਹੋ? ਮਤਲਬ ਸੀ ਉਹਨਾਂ ਦੇ ਪ੍ਰਸ਼ਨ ਦਾ ਕਿ ਤੁਸੀਂ ਹਿੰਦੂ ਕਿ ਮੁਸਲਮਾਨ ਹੋ। ਹਜ਼ੂਰ ਜਾਣਦੇ ਸਨ ਕਿ ਇਹ ਕਿੱਥੋਂ ਬੋਲ ਰਹੇ ਨੇ, ਕੀ ਪੁੱਛ ਰਹੇ ਨੇ, ਪਰ ਜਾਣ ਬੁੱਝ ਕੇ ਹੀ ਉਹਨਾਂ ਦੇ ਹੰਕਾਰ ਨੂੰ ਇੱਕ ਲਫੇੜਾ ਮਾਰਿਆ। ਹਜ਼ੂਰ ਕਹਿਣ ਲੱਗੇ, ਹਮ ਆਦਮੀ ਹਾਂ ਮੂਰਖੋ, ਅਸੀਂ ਸਾਰੇ ਆਦਮੀ ਹਾਂ। ਦਮ ਆ ਰਿਹਾ ਹੈ ਤਾਂ ਆਦਮੀ, ਜਦੋਂ ਦਮ ਰੁਕ ਗਿਆ ਤੇ ਕੁਛ ਵੀ ਨਹੀਂ। ਆ ਰਹੇ ਦਮ ਕਰਕੇ ਸਾਨੂੰ ਆਦਮੀ ਕਿਹਾ ਜਾਂਦਾ। ਹਮ ਆਦਮੀ ਹਾਂ ਇੱਕ ਦਮੀ, ਇੱਕ ਦਮ ਦੇ ਆਦਮੀ ਆ ਸਿਰਫ। ਮੋਹਲਤ ਮੋਹਤ ਨਾ ਜਾਣਾ, ਨਾਨਕ ਬਿਨਵੈ ਤਿਸੈ ਸਰੇਵੋ, ਜਾ ਕੇ ਜੀ ਪ੍ਰਾਣਾ। ਸਿਰਫ ਮੁਸਲਮਾਨਾਂ ਦੇ ਘਰ ਜੰਮ ਕੇ ਹੀ ਵੱਡੇ ਕਹਾਉਣ ਲੱਗ ਪਏ ਵੀ ਮੁਸਲਮਾਨ ਹੀ ਵੱਡੇ ਨੇ, ਅਸੀਂ ਵੱਡੇ ਬਿਸ਼ਤ ਨੂੰ ਜਾਣਾ, ਅਸੀਂ ਸਿੱਖ ਕਹੀਏ, ਅਸੀਂ ਸੱਚਖੰਡ ਜਾਣਾ। ਜਿਵੇਂ ਨਹੀਂ, ਸ਼ੁਭ ਕਰਮਾਂ ਬਾਝੋਂ ਦੋਨੋਂ ਰੋਏ। ਸ਼ੁਭ ਕਰਨੀ ਤੋਂ ਬਗੈਰ ਸਾਰੇ ਹੀ ਰੋਣਗੇ। ਸਤਿਗੁਰੂ ਨੇ ਸਾਡਾ ਵੀ ਲਿਹਾਜ਼ ਨਹੀਂ ਰੱਖਿਆ। ਨਹੀਂ,
ਸਤਿਗੁਰੂ ਨਾਨਕ ਦੇਵ ਜੀ ਨੇ ਜੋ ਮੇਨ ਸਿਧਾਂਤ ਸਾਨੂੰ ਬਖਸ਼ਿਆ, 3 ਗੁਣ ਹੀ ਬਿਆਨ ਕੀਤੇ ਜਾਂਦੇ ਨੇ। ਨਾਮ ਜਪੋ, ਕਿਰਤ ਕਰੋ, ਵੰਡ ਕੇ ਛਕੋ। ਪਰ ਉਸ ਕਿਰਤ ਵਿੱਚ ਕੀ ਬਚਨ ਕੀਤਾ? ਕਿਰਤ ਕਿਹੋ ਜੀ ਕਰੋ? ਹੱਕ ਪਰਾਇਆ ਨਾਨਕਾ, ਉਸ ਸੂਰ ਉਸ ਗਾਏ। ਜਿਵੇਂ ਮੁਸਲਮਾਨਾਂ ਲਈ ਸੂਰ ਦਾ ਮਾਸ ਖਾਣਾ ਬਹੁਤ ਵੱਡਾ ਪਾਪ, ਹਰਾਮ ਮੰਨਿਆ ਗਿਆ, ਹਿੰਦੂ ਮਤ ਦੇ ਲੋਕਾਂ ਲਈ ਗਾਂ ਦਾ ਮਾਸ ਖਾਣਾ ਬੱਜਰ ਪਾਪ ਹੈ, ਧਰਮ ਚੋਂ ਬੰਦਾ ਗਿਆ, ਛਿਕਿਆ ਗਿਆ। ਤਾਂ ਹਜ਼ੂਰ ਕਹਿੰਦੇ ਨੇ ਜਿਹੜਾ ਵੀ ਵਿਅਕਤੀ, ਸਿੱਖ, ਮੁਸਲਮਾਨ, ਈਸਾਈ, ਜੈਨੀ, ਬੁੱਧੀ, ਪਾਰਸੀ, ਯਹੂਦੀ, ਕੋਈ ਵੀ ਜਿਹੜਾ ਬਗਾਨਾ ਹੱਕ ਖਾਵੇਗਾ, ਏਡਾ ਵੱਡਾ ਉਹ ਪਾਪੀ ਹੋਵੇਗਾ, ਧਰਮ ਚੋਂ ਗਿਆ। ਪਰ ਇਹਦੇ ਬਾਵਜੂਦ ਮੁਆਫ ਕਰਨਾ, ਗੁਸਤਾਖੀ ਮਾਫ, ਇਹ ਅਟੱਲ ਸੱਚਾਈ ਹੈ। ਹੋ ਸਕਦਾ ਵੀ ਇਹਨਾਂ ਦੇਸ਼ਾਂ 'ਚ ਦਾਨ ਆ ਸਾਡਾ ਲੱਗਦਾ ਹੋਵੇ 2 ਨੰਬਰ ਦੀ ਕਮਾਈ ਲਈ, ਪਰ ਪੰਜਾਬ ਜਿੱਥੇ ਇੰਨਾ ਧਰਮ ਕਥਨ ਹੋਇਆ, 10 ਗੁਰੂ ਸਾਹਿਬਾਨਾਂ ਨੇ ਬਹੁਤਾ ਸਮਾਂ ਉੱਥੇ ਗੁਜ਼ਾਰਿਆ, ਅਮਲੀ ਰੂਪ ਵਿੱਚ ਸਿੱਖੀ ਦ੍ਰਿੜ ਕਰਾਈ ਆ। ਚਾਹੇ ਸਿੱਖਾਂ ਦੇ ਘਰ ਕੋਈ ਜੰਮਿਆ, ਚਾਹੇ ਹਿੰਦੂਆਂ ਦੇ, ਚਾਹੇ ਮੁਸਲਮਾਨਾਂ ਦੇ, ਉੱਥੇ 2 ਨੰਬਰ ਦੀ ਕਮਾਈ ਵਾਲੀ ਹਰ ਇੱਕ ਦਾ ਧਿਆਨ ਆ। ਇੱਕ ਬੰਦਾ ਤਹਿਸੀਲਦਾਰ ਮੈਂ ਵੇਖਿਆ ਅੰਮ੍ਰਿਤਸਰ ਸਾਹਿਬ, ਸਿੱਖਾਂ ਦੇ ਘਰ ਜੰਮਿਆ, ਸਿਰੋਂ ਭਾਵੇਂ ਮੋਨਾ, ਪਰ ਇੱਕ ਵੀ ਵੱਢੀ ਦਾ ਪੈਸਾ ਆਪਣੇ ਘਰ ਨਹੀਂ ਜਾਣ ਦਿੰਦਾ। ਇੱਕ ਬੰਦਾ ਮੈਂ ਵੇਖਿਆ, ਕੋਈ ਵਿਰਲਾ ਟਾਵਾਂ ਹੋਏਗਾ, ਐਸਾ ਨਹੀਂ ਵੀ ਇਕੱਲਾ ਹੀ, ਹੋਰ ਵੀ ਹੋਣਗੇ, ਪਰ ਵਿਰਲੇ ਟਾਵੇਂ। ਹੱਕ ਪਰਾਇਆ ਨਾਨਕਾ, ਉਸ ਸੂਰ ਉਸ ਗਾਏ। ਗੁਰ ਪੀਰ ਹਮ ਤਾਂ ਭਰੇ ਜਾਂ ਮੁਰਦਾਰ ਨਾ ਖਾਏ। ਮੁਰਦਾਰ ਮਰੇ ਪਸ਼ੂ ਦੇ ਮਾਸ ਨੂੰ ਕਹਿੰਦੇ ਨੇ, ਮਰੇ ਜਾਨਵਰ ਦਾ ਮਾਸ ਮੁਰਦਾਰ ਹੈ। ਇਹਨੂੰ ਮੁਰਦਾਰ ਕਿਹਾ ਬਗਾਨੇ ਹੱਕ ਨੂੰ। ਮੁਆਫ ਕਰਨਾ, ਬਗਾਨੇ ਹੱਕ ਨੂੰ ਮੁਰਦਾਰ ਕਿਹਾ। ਅਸੀਂ ਸਿੱਖੀ ਸਰੂਪ ਵਾਲਿਆਂ ਨੇ ਤਾਂ ਗੁਰੂ ਘਰ ਦੀ ਗੋਲਕ ਨੂੰ ਨਹੀਂ ਛੱਡਿਆ। ਸੰਗਤ ਵੱਲੋਂ ਗੁਰੂ ਕਾਰਜਾਂ ਵਾਸਤੇ ਅਰਪਣ ਕੀਤੀ ਮਾਇਆ ਦੀ ਹੇਰਾ ਫੇਰੀ ਵੱਡੇ ਪੱਧਰ ਤੇ ਸਾਡੇ ਧਰਮ 'ਚ ਵੀ ਹੋ ਰਹੀ ਹੈ, ਬਹੁਤ ਵੱਡੇ ਪੱਧਰ ਤੇ। ਕਲਮ ਦੇ ਨਾਲ ਹੀ ਕਈ ਕਰੋੜਾਂ ਦਾ ਘਪਲੇ ਹੋ ਜਾਂਦੇ ਨੇ। ਇਹ ਬਹੁਤ ਵੱਡਾ ਪਾਪ। ਮੈਂ ਕਿਸੇ ਨਾਲ ਲਾਗਤਬਾਜ਼ੀ ਨਾਲ ਨਹੀਂ ਇਹ ਗੱਲ ਕਹਿ ਰਿਹਾ, ਨਹੀਂ। ਅਸੀਂ ਉਸ ਪਦਵੀ ਤੇ ਚਲੇ ਜਾਈਏ ਤੇ ਫਿਰ ਅਸੀਂ ਵੀ ਉਹ ਕੁਝ ਕਰਾਂਗੇ ਜਦੋਂ ਸਾਡੀ ਬਿਰਤੀ ਵਿੱਚ ਉਹ ਕੁਝ ਆ। ਮਤਲਬ ਬਿਰਤੀ ਵਿੱਚੋਂ ਖਤਮ ਹੋਵੇਗਾ ਇਹ ਅਧਰਮ ਤੇ ਧਰਮ ਆ ਵਸੇਗਾ, ਤੇ ਤਾਂ ਹੀ ਪ੍ਰਵਾਨ ਚੜਾਂਗੇ ਨਾ ਗੁਰੂ ਮਹਾਰਾਜ ਨੂੰ। ਕੇਵਲ ਲਿਬਾਸ ਨਹੀਂ, ਸਿੱਖੀ ਸਰੂਪ ਹੀ ਕੇਵਲ ਨਹੀਂ ਵੀ 5 ਕਕਾਰਾਂ ਦਾ ਧਾਰ ਨਹੀਂ ਦਿਸਦਾ ਤੇ ਉਹ ਸਿੱਖ ਹੈ। ਸਿੱਖੀ ਸਰੂਪ ਹੋਣਾ ਚੰਗੀ ਗੱਲ ਹੈ, ਅੰਮ੍ਰਿਤ ਛਕਣਾ, ਪਰ ਨਾਲ ਵੱਡੀ ਜ਼ਿੰਮੇਵਾਰੀ ਵੀ ਹੈ। ਸਿੱਖੀ ਸਰੂਪ ਦੇ ਨਾਲ ਅੰਦਰ ਸਾਡੇ ਸਿੱਖੀ ਵੀ ਆਉਣੀ ਚਾਹੀਦੀ ਹੈ। ਗੁਰ ਪੀਰ ਹਾਮਾ ਤਾਂ ਭਰੇ ਜਾਂ ਮੁਰਦਾਰ ਨਾ ਖਾਏ। ਗੱਲੀ ਭਿਸ਼ਤ ਨਾ ਜਾਈਐ। ਗੱਲਾਂ ਬਾਤਾਂ ਨਾਲ ਬਹਿਸ਼ਤ ਸੁਰਗ ਸੱਚਖੰਡ 'ਚ ਨਹੀਂ ਜਾ ਸਕਦੇ। ਛੁੱਟੈ ਸੱਚ ਕਮਾਏ, ਮਾਰਨ ਪਾਹੇ ਹਰਾਮ ਮਹਿ, ਹੋਏ ਹਲਾਲ ਨਾ ਜਾਏ। ਇੱਥੇ ਮਾਰਨ ਦਾ ਅਰਥ ਹੈ ਮਸਾਲਾ। ਮਸਾਲੇ ਤੋਂ ਭਾਵ ਹੈ ਦਾਨ। ਹਰਾਮ ਦੀ ਕਮਾਈ ਕਰਕੇ ਲੱਖ ਰੁਪਈਆ ਘਰ ਲਿਆਵੇ ਤੇ ਕਹੇ ਕਿ 10,000 ਵਿੱਚੋਂ ਗੁਰਦੁਆਰੇ ਦਾਨ ਕਰ ਦਈਏ, ਗੁਰਦੁਆਰੇ ਭੇਟਾ ਕਰ ਦਈਏ, ਜਾਂ ਲੋਕਾਂ ਨੂੰ ਇਕੱਠੇ ਕਰਕੇ ਸੱਦ ਕੇ ਗਰੀਬਾਂ 'ਚ ਦਾਨ ਕਰ ਦਈਏ, ਵੰਡ ਦਈਏ। ਲੋਕ ਕਹਿਣੇ ਬੱਲੇ ਬੱਲੇ ਬੜਾ ਧਰਮੀ, ਬੜਾ ਦਾਨੀ ਆ। ਇਹ ਮਸਾਲਾ ਪਾਉਣ ਦੇ ਨਾਲ ਹਜ਼ੂਰ ਕਹਿੰਦੇ ਹਰਾਮ ਨੇ ਹਲਾਲ ਨਹੀਂ ਬਣ ਜਾਣਾ। ਮਾਰਨ ਪਾਹੇ ਹਰਾਮ ਮਹਿ, ਹੋਏ ਹਲਾਲ ਨਾ ਜਾਏ। ਨਾਨਕ ਗੱਲੀ ਕੂੜੀ, ਕੂੜੋ ਪੱਲੇ ਪਾਏ। ਜਿਸ ਸਤਿਗੁਰੂ ਨਾਨਕ ਦੇਵ ਜੀ ਨੇ ਸਿੱਖੀ ਪੰਥ ਚਲਾਇਆ, ਉਹ ਗੁਰੂ ਨਾਨਕ ਸਾਹਿਬ ਇਹ ਗੱਲ ਕਹਿ ਰਹੇ ਨੇ ਵੀ 7 ਧਰਮ ਦੀ ਕਿਰਤ ਕਰਕੇ ਲਿਆਈ ਘਰ 'ਚ, ਤੇਰੇ ਬੱਚਿਆਂ ਦੀ ਬੁੱਧ ਭ੍ਰਿਸ਼ਟ ਨਹੀਂ ਹੋਏਗੀ, ਤੇਰੇ ਬੱਚਿਆਂ ਦੀ ਬੁੱਧ ਉਜਲ ਰਹੇਗੀ, ਇਹ ਰੱਬ ਦਾ ਨਾਮ ਜਪਣਗੇ। ਚੰਗੇ ਸੰਸਕਾਰ ਇਹਨਾਂ ਦੇ ਅੰਦਰ ਪਾਈ, ਤੇਰੇ ਕਰਮਾਂ ਅਨੁਸਾਰ ਪੈਣਗੇ, ਜ਼ਬਾਨ ਦੀਆਂ ਗੱਲਾਂ ਨਾਲ ਨਹੀਂ। ਜੋ ਆਪ ਗੁਰੂ ਦਾ ਸਿੱਖ ਸਿੱਖਣੀ ਹੈ, ਉਹਦੇ ਬੱਚੇ ਹੋਣਗੇ ਸਿੱਖ ਜੇ ਉਹ ਇਹੋ ਜਿਹੇ ਕਰਮ ਕਰੇ। ਜੇ ਉਹਦੇ ਅੰਦਰ ਧਰਮ ਹੋਵੇਗਾ ਉਹਦੇ ਜੀਵਨ ਵਿੱਚ, ਤੇ ਬੱਚਿਆਂ 'ਤੇ ਪ੍ਰਭਾਵ ਆਪਣੇ ਆਪ ਪਏਗਾ। ਇਸ ਕਰਕੇ 7 ਧਰਮ ਦੀ ਕਿਰਤ, ਜਪਣਾ ਨਾਮ, ਤੇ ਨਾਲ ਉਸ 7 ਧਰਮ ਦੀ ਕਿਰਤ ਵਿੱਚੋਂ ਵੰਡ ਕੇ ਪਦਾਰਥ ਛਕਣੇ। ਸੰਤ ਗਿਆਨੀ ਗੁਰਬਚਨ ਸਿੰਘ ਖਾਲਸਾ ਜੀ ਦੇ ਰਿਸ਼ਤੇਦਾਰ ਤੇ ਉਹਨਾਂ ਦੇ ਵਿਦਿਆਰਥੀ ਸ਼੍ਰੀਮਾਨ ਗਿਆਨੀ ਮੋਹਨ ਸਿੰਘ ਜੀ ਸਿੰਘ ਸਾਹਿਬ, ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ, ਜਦੋਂ ਉਹਨਾਂ ਵਿਦਿਆ ਪੜ੍ਹ ਲਈ ਸੀ ਤੇ ਵਿਆਹ ਹੋ ਗਿਆ ਤੇ ਉਹਨਾਂ ਛੁੱਟੀ ਮੰਗੀ ਕਿ ਮੈਂ ਘਰ ਚਲੇ ਜਾਣਾ ਚਾਹੁੰਦਾ। ਮਹਾਂਪੁਰਸ਼ ਕਹਿੰਦੇ ਨਹੀਂ, ਕਿਸੇ ਅਸਥਾਨ ਤੇ ਤੈਨੂੰ ਗ੍ਰੰਥੀ ਦੀ ਸੇਵਾ ਵਿੱਚ ਲਾ ਦਈਏ, ਗੁਰੂ ਘਰ ਦੀ ਸੇਵਾ ਨਿਭਾ। ਕਹਿਣ ਲੱਗਾ ਨਹੀਂ ਜੀ, ਮੈਂ ਖੇਤੀਬਾੜੀ ਕਰਕੇ ਰੋਟੀ ਖਾਣੀ ਚਾਹੁੰਦਾ। ਕਹਿੰਦੇ ਕਿਉਂ?
ਖੇਤੀਬਾੜੀ 3 ਪੜ੍ਹ ਬੰਦੇ ਵੀ ਕਰ ਲੈਂਦੇ ਨੇ, ਤੈਨੂੰ ਵਿਦਿਆ ਪੜ੍ਹਾਈ। ਕਹਿਣ ਲੱਗਾ ਜੀ ਪੂਜਾ ਦੇ ਧਾਨ ਤੋਂ ਡਰ ਆਉਂਦਾ, ਪੂਜਾ ਦੇ ਧਾਨ ਤੋਂ ਡਰ ਆਉਂਦਾ ਹੈ, ਕਿਤੇ ਬੁੱਧੀ ਭ੍ਰਿਸ਼ਟ ਨਾ ਕਰ ਦੇ। ਸ਼ਾਬਾਸ਼ ਸਿੰਘ ਸਾਹਿਬ ਜੀ ਦੇ ਐਸਾ ਬਚਨ ਉਹਨਾਂ ਕੀਤਾ ਮਹਾਂਪੁਰਸ਼ਾਂ ਸਾਹਮਣੇ। ਗੁਰੂ ਕੇ ਪਿਆਰਿਓ, ਮਹਾਂਪੁਰਸ਼ ਕਹਿਣ ਲੱਗੇ ਜੇ ਸਾਰੇ ਸਿੰਘ ਇੰਜ ਕਰਨਗੇ ਵਿਦਿਆ ਪੜ੍ਹੇ ਹੋਏ, ਤੇ ਫਿਰ ਗੁਰਦੁਆਰਿਆਂ ਵਿੱਚ ਪੁਜਾਰੀ ਪੰਡਤ ਜਾਂ ਕਾਜੀ ਮੌਲਵੀ ਲਿਆ ਕੇ ਬਿਠਾਉਣੇ ਨੇ। ਗ੍ਰੰਥੀ ਸਿੰਘਾਂ ਦੀ ਸੇਵਾ, ਕਥਾ ਕੀਰਤਨ ਦੀ ਸੇਵਾ ਕਿਸ ਨੇ ਨਿਭਾਉਣੀ ਆ? ਕਹਿਣ ਲੱਗਾ ਜੀ ਡਰ ਆਉਂਦਾ ਪੂਜਾ ਦੇ ਧਾਨ ਤੋਂ। ਕਹਿਣ ਲੱਗੇ ਸਾਡੇ 2-4 ਬਚਨ ਯਾਦ ਰੱਖੀ ਮੋਹਨ ਸਿੰਘਾ, ਫਿਰ ਪੂਜਾ ਦਾ ਧਾਨ ਕੁਛ ਨਹੀਂ ਕਹੇਗਾ। ਕਹਿਣ ਲੱਗੇ ਦੱਸੋ ਜੀ? ਕਹਿੰਦੇ ਪਹਿਲੀ ਗੱਲ ਨਿਤਨੇਮ ਨਹੀਂ ਛੱਡਣਾ, ਨਿਤਨੇਮ ਜੀਵਨ ਵਿੱਚ ਰੱਖਣਾ ਸਦਾ। ਦੂਸਰੀ ਗੱਲ ਜਿੰਨੀ ਤਨਖਾਹ ਮਿਲੇ ਉਹਦੇ ਵਿੱਚੋਂ ਵੀ ਦਸਵੰਧ ਧਰਮ ਦੇ ਅਰਥ ਲਾਉਣਾ, ਲਾਲਚ ਨਹੀਂ ਕਰਨਾ, ਕਦੇ ਹੇਰਾਫੇਰੀ ਨਹੀਂ ਮਾਇਆ ਦੀ ਕਰਨੀ ਗੁਰੂ ਘਰ ਵਿੱਚੋਂ, ਚੇਤਾ ਰੱਖੀ। ਤੇ ਫਿਰ ਤੀਜਾ ਬਚਨ ਇਹ ਕੀਤਾ ਜਿੰਨੀ ਵਾਰੀ ਪ੍ਰਸ਼ਾਦਾ ਛਕਣਾ ਉਨੇ ਜਪਜੀ ਸਾਹਿਬ ਦੇ ਪਾਠ ਰੋਜ਼ ਕਰਦੇ ਨਿਤਨੇਮ ਤੋਂ ਲਹਿਦਾ। ਪੂਜਾ ਦਾ ਧਾਨ ਬੁੱਧੀ ਤੇ ਕੋਈ ਪ੍ਰਭਾਵ ਨਹੀਂ ਪਾਏਗਾ। ਇਹ ਸਾਡੇ ਬਚਨ ਕਮਾਲੇ। ਤੇ ਸ਼ਾਬਾਸ਼ ਸਿੰਘ ਸਾਹਿਬ ਜੀ ਦੇ, ਜਿੰਨਾ ਚਿਰ ਉਹ ਹਰਿਮੰਦਰ ਸਾਹਿਬ ਡਿਊਟੀ ਕੀਤੀ ਹੈ ਉਹਨਾਂ ਨੇ ਇਹ ਨਿਯਮ ਨਿਭਾਇਆ। ਕੇਵਲ ਨਿਤਨੇਮ ਨਹੀਂ, ਹਰਿਮੰਦਰ ਸਾਹਿਬ ਗੁਰੂ ਕਿਤਾਬਿਆਂ ਬੈਠੇ ਵੀ ਬਾਣੀ ਪਾਠ ਕਰਦੇ ਸਨ। ਘਰ ਜਾਓ ਇਸ਼ਨਾਨ ਤੇ ਪ੍ਰਸ਼ਾਦੇ ਤੋਂ ਬਿਨਾਂ ਵੀ ਉਹ ਬਾਣੀ ਪੜ੍ਹਦੇ ਹੁੰਦੇ ਸਨ। ਤੇ ਰਿਟਾਇਰਮੈਂਟ ਤੋਂ ਬਾਅਦ ਵੀ ਹਰਿਮੰਦਰ ਸਾਹਿਬ ਲੰਬਾ ਸਮਾਂ ਕੀਰਤਨ ਸੁਣਿਆ ਉਹਨਾਂ ਬੈਠ ਕੇ। ਉਹਨਾਂ ਦਾ ਬੇਟਾ ਕੈਨੇਡਾ 'ਚ ਬੜਾ ਉਹਨੇ ਯਤਨ ਕੀਤਾ ਕਿ ਮੇਰੇ ਕੋਲ ਆ ਜਾਓ, ਪਰ ਬਿਰਧ ਅਵਸਥਾ ਤੱਕ ਕਹਿੰਦੇ ਹਰਿਮੰਦਰ ਸਾਹਿਬ ਮੈਂ ਛੱਡ ਨਹੀਂ ਸਕਦਾ। ਹੁਣ ਬਿਲਕੁਲ ਸਰੀਰ ਬਿਰਧ ਹੋ ਗਿਆ ਤੇ ਹੁਣ ਬੇਟੇ ਦੀ ਬੇਨਤੀ ਮੰਨ ਕੇ ਉਹ ਕੈਨੇਡਾ ਪਹੁੰਚ ਗਏ। ਇਸ ਪ੍ਰਕਾਰ ਕਹਿਣ ਤੋਂ ਮੁਰਾਦ ਹੈ ਇੱਕ ਉਮਰਾ ਸ਼ਾਹ ਮਸੰਦ ਹੋਇਆ 6ਵੇਂ ਪਾਤਸ਼ਾਹ ਦੇ ਵੇਲੇ, ਤੇ ਹਜੂਰ ਨੇ ਪੁੱਛਿਆ ਸੀ 6ਵੇਂ ਪਾਤਸ਼ਾਹ ਨੇ, ਸਿੱਖੋ ਪੂਜਾ ਦੇ ਧਾਨ ਨੂੰ ਕੀ ਸਮਝਦੇ ਹੋ ਤੁਸੀਂ? ਉਸ ਉਮਰਾ ਸ਼ਾਹ ਨੇ ਉੱਠ ਕੇ ਕਿਹਾ ਦਾਤਾ ਜੀ ਇਹ ਜ਼ਹਿਰ ਹੈ। ਮਹਾਰਾਜ ਕਹਿਣ ਲੱਗੇ ਸ਼ਾਬਾਸ਼, ਜਦੋਂ ਤੱਕ ਮੇਰੇ ਸਿੱਖ ਪੂਜਾ ਦੇ ਧਾਨ ਦਾ ਲਾਲਚ ਨਾ ਕਰਨਗੇ, ਇਹਨੂੰ ਜ਼ਹਿਰ ਸਮਝਣਗੇ, ਚੜ੍ਹਦੀ ਕਲਾ ਰਵੇਗੀ ਉਹਨਾਂ ਦੀ। ਜੋ ਇਸ ਨੂੰ ਮਿੱਠਾ ਜਾਣ ਕੇ ਘਰ 'ਚ ਲਿਆਉਣਗੇ, ਹੇਰਾਫੇਰੀ ਕਰ ਕਰਕੇ ਲਿਆਉਣਗੇ, ਤੇ ਇਹ ਜੜ੍ਹਾਂ 'ਚ ਬਹਿ ਜਾਏਗਾ, ਇਹ ਜੋੜਾਂ 'ਚ ਬਹਿ ਜਾਏਗਾ, ਬੁੱਧੀਆਂ ਭ੍ਰਿਸ਼ਟ ਕਰ ਦੇਗਾ। ਇਸ ਕਰਕੇ ਗੁਰੂ ਕੇ ਪਿਆਰਿਓ, ਇਧਰੋਂ ਸਬਰ ਸੰਤੋਖ, ਕਿਉਂਕਿ ਸਤ ਸੰਤੋਖ ਹੋਵੇ ਅਰਦਾਸ, ਤਾਂ ਸੁਣ ਸਦ ਬਹਾਲੇ ਪਾਸ। ਜੋ ਪਰਮਾਰਥੀ ਬੰਦਾ ਹੈ ਉਹ ਸੰਸਾਰ ਦੇ ਪਦਾਰਥਾਂ ਦਾ ਲਾਲਚ ਨਹੀਂ ਕਰੇਗਾ। ਇੱਕ ਹੈ ਪਦਾਰਥੀ ਬੰਦਾ, ਇੱਕ ਹੈ ਪਰਮਾਰਥੀ। ਸਵਾਮੀ ਰਾਮ ਤੀਰਥ ਹਿੰਦੂ ਮਤ ਦਾ ਬੰਦਾ ਪਰਮਾਰਥੀ ਸੀ, ਅੰਦਰ ਦੀ ਸ਼ਾਂਤੀ ਲੱਭਦਾ ਸੀ, ਸਾਰੇ ਗ੍ਰੰਥ ਪੜ੍ਹੇ ਸਨ, ਉਹਨਾਂ 'ਚ ਲਿਖੇ ਕਰਮ ਕਾਂਡ ਕਮਾਏ ਸਨ, ਪਰ ਗੱਲ ਨਹੀਂ ਬਣੀ। ਫਿਰ ਉਸ ਨੇ ਆਪਣਾ ਆਸ਼ਰਮ ਤਿਆਗਿਆ ਤੇ ਹਿੰਦੁਸਤਾਨ ਦੇ ਵਿੱਚ ਘੁੰਮਿਆ। ਜਿਹੜਾ ਸਾਧੂ ਸੰਤ ਮਿਲਿਆ ਉਹਦੀ ਸੰਗਤ ਕਰਕੇ ਵੇਖੀ, ਗੱਲ ਨਹੀਂ ਬਣੀ। ਫਿਰ ਉਹ ਪੰਜਾਬ ਦੀ ਧਰਤੀ ਤੇ ਆਇਆ ਤੇ ਸਾਡੇ ਸਤਿਗੁਰੂ ਦੇ ਪਵਿੱਤਰ ਸਥਾਨ ਹਰਿਮੰਦਰ ਸਾਹਿਬ ਦਾ ਦਰਸ਼ਨ ਕਰਨ ਆ ਗਿਆ। ਸ਼ਾਮਾਂ ਦਾ ਵਕਤ ਸੀ ਜਦੋਂ ਉਹਨੇ ਪਰਿਕਰਮਾ 'ਚ ਆਪਣੇ ਕਦਮ ਰੱਖੇ ਤੇ ਮਿੱਠੀ ਮਿੱਠੀ ਅੰਮ੍ਰਿਤ ਕੀਰਤਨ ਦੀ ਧੁਨ ਸ਼ਬਦ ਦੀ ਉਹਦੇ ਕੰਨਾਂ 'ਚ ਪਈ ਤੇ ਉਹਨੂੰ ਕੋਈ ਸੋਝ ਜਿਹਾ, ਸਵਾਦ ਜਿਹਾ, ਆਨੰਦ ਜਿਹਾ ਆਇਆ, ਸ਼ਾਂਤੀ ਮਹਿਸੂਸ ਹੋਈ ਤੇ ਪਰਿਕਰਮਾ 'ਚ ਬਹਿ ਗਿਆ। ਸਾਰੀ ਰਾਤ ਕੀਰਤਨ ਸੁਣਦਾ ਰਿਹਾ। ਫਿਰ ਉਸਨੇ ਆਪਣੇ ਨਾਲ ਚੇਲਾ ਸੀ, ਉਹਨੂੰ ਕਿਹਾ ਬੇਟਾ ਮੈਂ ਜੋ ਲੱਭਦਾ ਸੀ ਉਹ ਇੱਥੋਂ ਮਿਲਿਆ। ਸਾਰੀ ਉਮਰ ਦਾ ਤਜਰਬਾ, ਕਰਮ ਕਾਂਡ ਬਹੁਤ ਕੀਤਾ ਪਰ ਗੱਲ ਬਣੀ ਨਹੀਂ, ਹੁਣ ਇੱਥੋਂ ਗੱਲ ਬਣੇਗੀ, ਮੈਨੂੰ ਇੱਥੋਂ ਕੁਛ ਲੱਭਾ। ਤੇ ਤੂੰ ਬੇਟਾ ਹੁਣ ਚਲਿਆ ਜਾ ਕਾਸ਼ੀ ਆਸ਼ਰਮ ਤੇ, ਉੱਥੇ ਜਾ ਕੇ ਹੁਣ ਰੱਬ ਦਾ ਨਾਮ ਜਪਣਾ, ਭਾਵੇਂ ਰਾਮ ਰਾਮ ਜਪ, ਗੋਪਾਲ 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 ਗੋਬਿੰਦ ਜੋ ਜਪਣਾ ਜਪ, ਪਰਮਾਤਮਾ ਨੂੰ ਜਪਣਾ, ਹੋਰ ਕਰਮ ਕਾਂਡ ਕੋਈ ਨਹੀਂ ਕਰਨਾ। ਤੇ ਆਪਣੇ ਮਨ ਅੰਦਰ ਤੀਬਰ ਇੱਛਾ ਰੱਖਣੀ ਕਿ ਮੇਰਾ ਅਗਲਾ ਜਨਮ ਕਿਸੇ ਸਿੱਖ ਦੇ ਘਰ 'ਚ ਹੋਏ, ਕਿਸੇ ਗੁਰੂ ਨਾਨਕ ਸਾਹਿਬ ਦੇ ਪਿਆਰੇ ਸਿੱਖ ਦੇ ਘਰ 'ਚ ਮੇਰਾ ਅਗਲਾ ਜਨਮ ਹੋਏ। ਇੱਛਾ ਰੱਖੀ ਮਨ ਤੀਬਰ, ਹੋਰ ਇੱਛਾ ਛੱਡ ਦੇਂ ਤੇ ਮੈਂ ਆਪਣਾ ਬਚਦਾ ਜੀਵਨ ਇੱਥੇ ਅੰਮ੍ਰਿਤਸਰ ਸਾਹਿਬ ਹੀ ਬਤੀਤ ਕਰਾਂਗਾ। ਔਰ ਉਸਨੇ ਫਿਰ ਕਲਮ ਫੜੀ ਤੇ ਆਪਣੇ ਨਿੱਜੀ ਤਜਰਬੇ ਦੇ ਆਧਾਰ ਤੇ 2 ਕਿਤਾਬਾਂ ਲਿਖੀਆਂ, ਸਰਵੋਤਮ ਗ੍ਰੰਥ ਆਦਿ ਗੁਰੂ ਗ੍ਰੰਥ ਸਾਹਿਬ, ਸਰਵੋਤਮ ਪੰਥ ਖਾਲਸਾ ਪੰਥ। ਇਹਦੋਂ ਉੱਪਰ ਕਹਿੰਦਾ ਹੋਰ ਕੁਛ ਨਹੀਂ ਦੁਨੀਆ ਤੇ। ਐਵੇਂ ਜੰਗਲ 'ਚ ਭਰਮਣ ਭਟਕਣ ਦੀ ਨਿਆਈ ਆ ਹਿੰਦੂ ਮਤ ਦੇ ਗ੍ਰੰਥ ਉਹ ਲਿਖ ਰਿਹਾ ਬੰਦਾ। ਸਵਾਮੀ ਰਾਮ ਤੀਰਥ ਉਹ ਕਹਿੰਦਾ ਸਭ ਕੁਝ ਪੜ੍ਹ ਕੇ ਵੇਖਿਆ
ਜਿਵੇਂ ਜੰਗਲ ਵਿੱਚ ਕੋਈ ਬੰਦਾ ਭਰਮ ਜਾਏ ਤੇ ਉਹਨੂੰ ਰਾਹ ਨਾ ਲੱਭੇ, ਇਸ ਤਰ੍ਹਾਂ ਦੀ ਗੱਲਬਾਤ। ਉਹ ਕਹਿੰਦਾ ਜਿਨ੍ਹਾਂ ਨੂੰ ਅਵਤਾਰ ਜਾਣ ਕੇ, ਭਗਵਾਨ ਜਾਣ ਕੇ ਪੂਜਾ ਕਰਨ ਲਈ ਕਿਹਾ ਗਿਆ, ਉਹਨਾਂ ਅਵਤਾਰਾਂ ਬਾਰੇ ਲਿਖਿਆ ਹੋਇਆ ਕਿ ਉਹ ਕਾਮ, ਕ੍ਰੋਧ, ਮੋਹ, ਲੋਭ, ਹੰਕਾਰ ਤੋਂ ਬਚੇ ਹੋਏ ਨੇ। ਉਹਨਾਂ ਦਾ ਜੀਵਨ ਇਹੋ ਜਿਹਾ ਲਿਖਿਆ ਉਹਨਾਂ ਹੀ ਗ੍ਰੰਥਾਂ ਵਿੱਚ, ਤੇ ਫਿਰ ਉਲਝਣ ਵਾਲੀ ਗੱਲ ਹੀ ਹੋਈ ਨਾ। ਇਸ ਕਰਕੇ ਇਸ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਹੈ ਇੱਕ ਦੀ ਪੂਜਾ, ਇੱਕ ਦਾ ਸਿਮਰਨ, ਤੇ ਉਹਦੇ ਸਿਮਰਨ ਦੁਆਰਾ ਅੰਦਰ ਸ਼ਾਂਤੀ ਪ੍ਰਾਪਤ ਹੁੰਦੀ ਆ। ਸਰਵੋਤਮ ਗ੍ਰੰਥ ਆਦਿ ਗੁਰੂ ਗ੍ਰੰਥ ਸਾਹਿਬ, ਸਰਵੋਤਮ ਪੰਥ ਖਾਲਸਾ ਪੰਥ, ਦੋਵੇਂ ਕਿਤਾਬਾਂ ਇਕੱਠੀਆਂ ਜੋੜ ਕੇ ਛਪਾਈਆਂ ਜਾਂਦੀਆਂ ਹੁਣ। ਔਰ ਉਸਨੇ ਆਪਣਾ ਨਿੱਜੀ ਤਜਰਬਾ ਉਹਦੇ 'ਚ ਲਿਖਿਆ ਹੈ। ਉਹ ਕਹਿੰਦਾ ਹੋਰ ਅਵਤਾਰ ਆਏ, ਆਪੋ ਆਪਣੇ ਸਮਿਆਂ 'ਚ ਉਹਨਾਂ ਭਲਾ ਕੀਤਾ ਹੋਵੇਗਾ ਤੇ ਉਹ ਚਲੇ ਗਏ, ਪਰ ਸਤਿਗੁਰੂ ਨਾਨਕ ਦੇਵ ਮਹਾਰਾਜ ਆਏ ਤੇ ਆ ਕੇ ਗਏ ਨਹੀਂ। ਆਹ ਵੇਖੋ ਹਰਿਮੰਦਰ ਸਾਹਿਬ 'ਚ ਬੈਠੇ ਅੱਜ ਵੀ ਸੰਸਾਰ ਦੀ ਕਲਿਆਣ ਕਰ ਰਹੇ ਨੇ। ਜੇ ਕਿਸੇ ਦੇ ਭਾਗ ਸਵੱਲੇ ਹਨ ਤੇ ਉਹ ਕਲਿਆਣ ਨੂੰ ਪ੍ਰਾਪਤ ਹੋ ਸਕਦਾ। ਜਿਹਦੇ ਅੰਦਰ ਇੱਛਾ ਜਾਗੇ ਪਰਮਾਰਥ ਦੀ, ਉਹ ਸਤਿਗੁਰੂ ਨਾਨਕ ਦੇਵ ਮਹਾਰਾਜ ਦੇ ਦੱਸੇ ਮਾਰਗ ਤੇ ਚੱਲੇ ਤੇ ਆਤਮ ਰਸ, ਆਤਮ ਆਨੰਦ, ਆਤਮ ਵਿਗਾਸ ਖੇੜਾ ਇੱਥੋਂ ਪ੍ਰਾਪਤ ਕਰੇਗਾ। ਆਤਮ ਗਿਆਨੀ ਬਣ ਕੇ ਬ੍ਰਹਮ ਵਿੱਚ, ਪਰਮਾਤਮਾ ਵਿੱਚ ਅਭੇਦਤਾ ਪ੍ਰਾਪਤ ਕਰੇਗਾ। ਇਸ ਪ੍ਰਕਾਰ ਗੁਰੂ ਕੇ ਪਿਆਰਿਓ, ਅਰਨੋਲਡ ਟਾਇਨਬੀ ਨਾਂ ਦਾ ਅੰਗਰੇਜ਼ ਈਸਾਈ ਮਤ ਦਾ ਬੰਦਾ, ਉਸਨੇ ਬਚਨ ਲਿਖਿਆ ਕਿ ਜਦੋਂ ਹੋਰ ਭਾਵੇਂ ਕੁਛ ਵੀ ਨਾ ਰਹੇ, ਪਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦੋਂ ਵੀ ਰਹਿਣਗੇ। ਉਹਨੂੰ ਪੁੱਛਿਆ ਵਿਦਵਾਨਾਂ ਨੇ, ਤੂੰ ਐਸਾ ਬਚਨ ਕਿਉਂ ਲਿਖਿਆ? ਉਹ ਕਹਿੰਦਾ ਕਿ ਤੁਸੀਂ ਸਾਰੇ ਇਸ ਗੱਲ ਨਾਲ ਤਾਂ ਸਹਿਮਤ ਹੋ, ਦਾ ਟਰੁਥ ਇਜ਼ ਯੂਨੀਵਰਸਲ, ਸੱਚ ਹਮੇਸ਼ਾ ਹੈ, ਸੱਚ ਹਮੇਸ਼ਾ ਜਿਉਂਦਾ ਰਹਿੰਦਾ, ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਐਸਾ ਕੋਈ ਇੱਕ ਵੀ ਲਫ਼ਜ਼ ਨਹੀਂ ਜੋ ਸੱਚ ਨਾ ਹੋਏ। ਸਤਿਗੁਰੂ ਗ੍ਰੰਥ ਸਾਹਿਬ ਦੇ ਸਾਰੇ ਬਚਨ ਸੱਚ ਸਰੂਪ ਨੇ, ਤੇ ਸੱਚ ਨਹੀਂ ਕਦੇ ਮਰ ਸਕਦਾ, ਸੱਚ ਹਮੇਸ਼ਾ ਜੀਵਤ ਰਹੇਗਾ, ਹੋਰ ਭਾਵੇਂ ਸਭ ਕੁਝ ਖਤਮ ਹੋ ਜਾਏ। ਇਸ ਪ੍ਰਕਾਰ ਅੱਲਾ ਯਾਰ ਖਾਂ, ਮਿਰਜ਼ਾ ਹਕੀਮ ਅੱਲਾ ਯਾਰ ਖਾਂ ਜੋਗੀ 1913 ਤੇ 15 'ਚ ਉਹਨੇ 2 ਨਜ਼ਮਾਂ ਲਿਖੀਆਂ ਸੀ, ਗੰਜ਼ੇ ਸ਼ਹੀਦਾਂ ਤੇ ਸ਼ਹੀਦਾਨੇ ਵਫਾ। ਮੁਸਲਮਾਨਾਂ ਨੇ ਗੁੱਸੇ 'ਚ ਆ ਕੇ ਉਹਨੂੰ ਆਪਣੇ ਦੀਨ ਇਸਲਾਮ ਵਿੱਚੋਂ ਛੇਕ ਦਿੱਤਾ। ਉਹਨੇ ਕਾਰਨ ਪੁੱਛਿਆ ਕਿਉਂ? ਕਹਿਣ ਲੱਗੇ ਤੈਨੂੰ ਪੈਗੰਬਰ ਮੁਹੰਮਦ ਸਾਹਿਬ ਦੇ ਦੋਹਤਰੇ ਹਸਨ ਤੇ ਹੁਸੈਨ ਨਹੀਂ ਦਿਸੇ? ਉਹਨਾਂ ਦੀ ਕਰਬਲਾ ਵਿੱਚ ਸ਼ਹਾਦਤ ਹੋਈ ਸੀ, ਤੂੰ ਉਹਨਾਂ ਦਾ ਕਿੱਸਾ ਨਹੀਂ ਲਿਖਿਆ। ਤੇ ਕਾਫਰਾਂ ਦੇ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਦੀ ਸ਼ਹਾਦਤ, ਚਮਕੌਰ ਤੇ ਸਰਹੰਦ ਦਾ ਸਾਕਾ ਬਿਆਨ ਕਰਨ ਤੁਰ ਪਿਆ। ਨਜ਼ਮਾਂ ਬੜੀਆਂ ਭਾਵਪੂਰਤ ਬਣਾ ਕੇ ਲਿਖੀਆਂ ਦੂਜੇ ਧਰਮ ਦੇ ਪੈਗੰਬਰ ਬਾਰੇ। ਉਹਨੇ ਲਿਖਿਆ ਨਾ, ਹਿੰਦ ਮੇਂ ਬਸ ਏਕ ਹੀ ਤੀਰਥ ਹੈ ਯਾਤਰਾ ਕੇ ਲੀਏ, ਕਟਾਏ ਬਾਪ ਨੇ ਬੇਟੇ ਯਹਾਂ ਖੁਦਾ ਕੇ ਲੀਏ। ਜਿੱਥੇ ਖੁਦਾ ਦੇ ਨਾਮ ਤੇ ਇੱਕ ਪਿਤਾ ਆਪਣੇ ਪੁੱਤਰਾਂ ਨੂੰ ਆਪਣੀ ਹੱਥੀਂ ਤੋੜ ਕੇ ਅੱਖਾਂ ਸਾਹਮਣੇ ਸ਼ਹੀਦ ਹੁੰਦਿਆਂ ਵੇਖ ਰਿਹਾ, ਉਹ ਵੱਡਾ ਤੀਰਥ ਹੈ ਹਿੰਦੁਸਤਾਨ ਦੇ ਵਿੱਚ ਪੂਜਣ ਯੋਗ। ਉੱਥੋਂ ਦੀ ਚਰਨ ਧੂੜ ਸਾਰੇ ਮੱਥੇ ਨੂੰ ਲਾਓ। ਇਸ ਪ੍ਰਕਾਰ ਗੁਰੂ ਕੇ ਪਿਆਰਿਓ ਕਹਿਣ ਲੱਗਾ, ਮੈਨੂੰ ਕੋਈ ਪਰਵਾਹ ਨਹੀਂ ਜੇ ਤੁਸਾਂ ਮੈਨੂੰ ਦੀਨ ਇਸਲਾਮ ਵਿੱਚੋਂ ਛੇਕ ਦਿੱਤਾ ਤੇ ਮੈਨੂੰ ਕੋਈ ਗਮ ਨਹੀਂ। ਬੇਸ਼ੱਕ ਤੁਸਾਂ ਲੋਕਾਂ ਨੇ ਮੁਹੰਮਦ ਸਾਹਿਬ ਦੇ ਦਰ ਦਾ ਦਰਵਾਜ਼ਾ ਮੇਰੇ ਲਈ ਬੰਦ ਕਰ ਲਿਆ, ਮੁਹੰਮਦ ਸਾਹਿਬ ਨੇ ਨਹੀਂ ਇਹ ਕੀਤਾ, ਤੁਸਾਂ ਕੀਤਾ, ਪਰ ਮੈਨੂੰ ਕੋਈ ਫਿਕਰ ਨਹੀਂ, ਕਿਉਂਕਿ ਮੁਹੰਮਦ ਸਾਹਿਬ ਦੀ ਸਿੱਖਿਆ ਹੈ ਕਿ ਸੱਚ ਦੇ ਧਾਰਨੀ ਬਣਨਾ, ਤੇ ਮੈਂ ਸੱਚ ਬਿਆਨ ਕੀਤਾ, ਸੱਚੋ ਸੱਚ ਜੋ ਕੁਝ ਹੋਇਆ ਹਿੰਦੁਸਤਾਨ 'ਚ। ਤੇ ਇਸ ਕਰਕੇ ਪੂਜਣ ਯੋਗ ਧਰਤੀ ਹੈ ਸਰਹੰਦ ਦੀ, ਫਤਿਹਗੜ੍ਹ ਸਾਹਿਬ ਤੇ ਚਮਕੌਰ ਦੀ। ਤੇ ਸਿੱਖਾਂ ਦਾ ਗੁਰੂ ਬਹੁਤ ਵੱਡਾ ਮਹਾਨ ਹੋਇਆ ਪੈਗੰਬਰ ਮੁਹੰਮਦ ਸਾਹਿਬ ਦੇ ਨਾਤੀ, ਉਹਨਾਂ ਦੇ ਦੋਹਤਰੇ ਹਸਨ ਤੇ ਹੁਸੈਨ। ਇੱਕ ਤੇ ਉਹਨਾਂ ਦੀ ਉਮਰ ਛੋਟੀ ਨਹੀਂ ਸੀ, ਇੱਕ 46 ਸਾਲ ਦਾ ਸੀ, ਇੱਕ 40-42 ਸਾਲ ਦਾ ਸੀ। ਇੱਕ ਦੀ ਘਰਵਾਲੀ ਨੇ ਧੋਖੇ ਨਾਲ ਫੜਾਇਆ ਤੇ ਸ਼ਹੀਦ ਕਰਵਾਇਆ, ਇੱਕ ਕਰਬਲਾ ਦੀ ਜੰਗ ਵਿੱਚ ਮਾਰਿਆ ਹੈ। ਉਸੇ ਧਰਮ ਦੇ, ਮੁਸਲਮਾਨ ਧਰਮ ਦੇ ਬੰਦਿਆਂ ਨੇ ਉਹਨਾਂ ਨੂੰ ਫੜਿਆ ਤੇ ਫੜ ਕੇ ਮਾਰ ਦਿੱਤਾ, ਬਚਣ ਦਾ ਕੋਈ ਰਾਹ ਨਹੀਂ ਸੀ। ਇੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਲਖਤੇ ਜਿਗਰ ਬਚਾ ਕਰ ਸਕਦੇ ਸਨ ਆਪਣਾ, ਤੇ ਵੱਡੇ ਸਾਹਿਬਜ਼ਾਦਿਆਂ ਨੂੰ ਗੁਰੂ ਮਹਾਰਾਜ ਨੇ ਆਪ ਜੰਗ 'ਚ ਤੋਰਿਆ। ਛੋਟੇ ਸਾਹਿਬਜ਼ਾਦੇ ਜਿਨ੍ਹਾਂ ਦੀ ਉਮਰ ਹੀ ਬੜੀ ਛੋਟੀ ਸੀ, 7 ਤੇ 9 ਸਾਲ ਦੀ ਵੱਡੀ ਤੋਂ ਵੱਡੀ ਉਮਰ, ਪਰ ਉਹਨਾਂ ਨੇ ਬਚਾਅ ਦਾ ਰਾਹ ਨਹੀਂ ਚੁਣਿਆ। ਸੂਬਾ ਸਰਹੰਦ ਕਹਿ ਰਿਹਾ ਸੀ ਕਿ ਤੁਹਾਡੀ ਜ਼ਿੰਦਗੀ ਬਖਸ਼ ਦਿੱਤੀ ਜਾਏਗੀ, ਸਿਰਫ ਇਸਲਾਮ ਕਬੂਲ ਕਰ ਲਓ। ਉਹਨਾਂ ਨੇ ਸ਼ਹਾਦਤ ਦਾ ਰਾਹ ਚੁਣਿਆ। ਇੰਨੀ ਛੋਟੀ ਉਮਰ ਦੇ ਵਿੱਚ ਐਡਾ ਵੱਡਾ ਕਾਰਨਾਮਾ ਕਰ ਵਿਖਾਇਆ, ਜਿਸ ਉਮਰ ਵਿੱਚ ਬੱਚੇ ਨੂੰ ਆਪਣੀ ਕਿਰਿਆ ਸੋਧਣੀ ਨਹੀਂ ਆਉਂਦੀ। ਇਸ ਕਰਕੇ ਮੈਂ ਉਹਨਾਂ ਨੂੰ ਮੱਥਾ ਨਾ ਟੇਕਾਂ ਤੇ ਕੀ ਕਵਾਂ। ਇਸ ਕਰਕੇ ਐਸਾ ਧਰਮ ਗੁਰੂ ਨਾਨਕ ਸਾਹਿਬ ਮਹਾਰਾਜ ਦਾ, ਜਿਸ ਧਰਮ ਦਾ
ਲਾਸਾਨੀ ਕੋਈ ਨਹੀਂ, ਬਰਾਬਰਤਾ ਕਰਨ ਵਾਲਾ ਕੋਈ ਨਹੀਂ, ਜਿਸ ਧਰਮ ਦਾ ਸਾਨੀ ਕੋਈ ਨਹੀਂ। ਜੋ ਧਰਮ ਲਾਸਾਨੀ ਹੈ, ਇਸ ਧਰਮ ਦੇ ਅਨੁਯਾਈ ਕਹਾਉਣ ਦਾ ਮਾਣ ਤਾਂ ਸਾਨੂੰ ਪ੍ਰਾਪਤ ਹੈ, ਪਰ ਮਾਣ ਆਪਣੇ ਆਪ ਤੇ ਨਾ ਕਦੇ ਕਰ ਲੈਣਾ। ਗੁਰੂ ਤੇ ਮਾਣ ਰੱਖਣਾ, ਗੁਰੂ ਤੇ ਭਰੋਸਾ ਰੱਖਣਾ ਕਿ ਮੇਰਾ ਗੁਰੂ ਬਖਸ਼ਿਸ਼ ਕਰੇਗਾ। ਇਸ ਭਰੋਸੇ ਦੇ ਸਹਿਤ ਹੋ ਕੇ ਚੱਲਣਾ। ਕਰਮ ਕਰਨਾ ਪਰ ਕਰਮ ਤੇ ਟੇਕ ਨਾ ਰੱਖਣੀ, ਟੇਕ ਬਖਸ਼ਿਸ਼ ਉੱਪਰ ਰੱਖਣੀ। ਰਹੋ ਵਿਚਾਰ। 1-2 ਮਿੰਟ ਹੋਰ ਲੈ ਕੇ ਸਮਾਪਤੀ। ਹੰਕਾਰ ਤੇ ਫਖਰ ਵਿੱਚ ਕਿੰਨਾ ਅੰਤਰ ਹੈ। ਗੁਰੂ ਤੇ ਮਾਣ ਕਰਨਾ ਹੋਰ ਚੀਜ਼ ਹੈ, ਆਪਣੇ ਅੰਦਰ ਹੰਕਾਰ ਰੱਖ ਕੇ ਆਪਣੇ ਆਪ ਨੂੰ ਵੱਡਾ ਸਮਝਣਾ ਇਹ ਬੇਵਕੂਫੀ ਹੈ। ਇਹ ਗੁਰੂ ਨੂੰ ਪਸੰਦ ਨਹੀਂ, ਪਰਮਾਤਮਾ ਨੂੰ ਪਸੰਦ ਨਹੀਂ। ਮੁਹੰਮਦ ਸਾਹਿਬ ਪੈਗੰਬਰ ਦੀ ਇੱਕ ਬੇਟੀ ਸੀ ਬੀਬੀ ਫਾਤਿਮਾ, ਜਿਹਦੇ ਇਹ ਦੋਵੇਂ ਪੁੱਤਰ ਹਸਨ ਤੇ ਹੁਸੈਨ ਸ਼ਹੀਦ ਹੋਏ ਨੇ। ਬੀਬੀ ਫਾਤਿਮਾ ਨੂੰ ਹਜ਼ਰਤ ਅਲੀ ਨਾਲ ਆਪਣੇ ਸੇਵਕ ਨਾਲ ਵਿਆਹਿਆ। ਕੁਝ ਸਮੇਂ ਬਾਅਦ ਉਹਨਾਂ ਦਾ ਜਮਾਤਾ, ਉਹਨਾਂ ਦਾ ਦਮਾਦ ਘਰ ਆ ਕੇ ਰੋਇਆ ਤੇ ਪੈਗੰਬਰ ਸਾਹਿਬ, ਇਹ ਜਿਹੜੀ ਬੇਟੀ ਤੁਸੀਂ ਮੇਰੇ ਨਾਲ ਵਿਆਹੀ, ਮੈਂ ਗਲਤ ਇੱਛਾ ਕੀਤੀ ਸੀ ਮਨ 'ਚ। ਉਹਨਾਂ ਦਾ ਪ੍ਰੇਮ ਬਣ ਗਿਆ ਸੀ ਤੇ ਇਸ ਕਰਕੇ ਵਿਆਹਣੀ ਪਈ ਬੇਟੀ। ਹਜ਼ਰਤ ਮੁਹੰਮਦ ਸਾਹਿਬ ਦਾ ਸੇਵਕ ਸੀ ਹਜ਼ਰਤ ਅਲੀ। ਕਹਿਣ ਲੱਗਾ ਮੈਂ ਗਲਤ ਇੱਛਾ ਮਨ 'ਚ ਕਰ ਲਈ ਤੇ ਤੁਹਾਡੀ ਬੇਟੀ ਪੈਰ ਪੈਰ ਤੇ ਮੇਰਾ ਨਰਾਦਰ ਕਰਦੀ, ਮੈਨੂੰ ਪਤੀ ਨਹੀਂ ਮੰਨਦੀ, ਮੈਨੂੰ ਅਦਨਾ ਜਿਹਾ ਤੁਹਾਡਾ ਸੇਵਕ ਸਮਝ ਕੇ ਤੇ ਕਹਿੰਦੀ ਮੈਂ ਪੈਗੰਬਰ ਦੀ ਬੇਟੀ ਹਾਂ, ਤੂੰ ਮੇਰੇ ਸਾਹਮਣੇ ਕੀ ਹੈ। ਮੇਰੀ ਬੇਪੱਤੀ ਕਰਦੀ ਹੈ। ਮੈਂ ਪਾਣੀ ਮੰਗਾ ਤੇ ਨਹੀਂ ਪਾਣੀ ਦਿੰਦੀ, ਰੋਟੀ ਮੰਗਾ ਰੋਟੀ ਨਹੀਂ ਦਿੰਦੀ, ਤੇਰੇ ਹੱਥ ਨਹੀਂ ਟੁੱਟੇ, ਆਪੇ ਫੜ ਲੈ ਪਾਣੀ ਪੀ ਲੈ, ਇੰਜ ਕਹਿੰਦੀ। ਇਹਦੇ ਨਾਲੋਂ ਵਿਆਹ ਨਾ ਹੀ ਕਰਾਉਂਦਾ ਤਾਂ ਚੰਗਾ ਸੀ। ਪੈਗੰਬਰ ਸਾਹਿਬ ਕਹਿਣ ਲੱਗੇ ਕੋਈ ਨਹੀਂ ਬੇਟਾ, ਸਮਝਾ ਦੇਣ। ਕੋਲ ਬਿਠਾ ਕੇ ਸੱਦ ਕੇ ਕਹਿਣ ਲੱਗੇ ਬੱਚਾ ਫਾਤਿਮਾ, ਜਦੋਂ ਤੇਰਾ ਨਿਕਾਹ ਕੀਤਾ ਸੀ, ਵਿਆਹ ਕੀਤਾ ਸੀ ਬੇਟਾ, ਤੈਨੂੰ ਬਹਿਸ਼ਤ ਦੀਆਂ ਚਾਬੀਆਂ ਦਿੱਤੀਆਂ ਸਨ, ਉਹ ਕਿੱਥੇ ਨੇ? ਤੇ ਜੋ ਹੰਕਾਰੀ ਬੁੱਧੀ ਵਾਲਾ ਹੁੰਦਾ ਨਾ, ਹੰਕਾਰੀ ਬੰਦਾ, ਉਹਦੀ ਬੁੱਧ ਮੋਟੀ ਹੁੰਦੀ ਹੈ, ਬਰੀਕ ਨੁਕਤੇ ਉਹ ਨਹੀਂ ਸਮਝ ਸਕਦਾ। ਇਸ ਕਰਕੇ ਹੰਕਾਰ ਵੈਰੀ ਹੈ ਬੰਦੇ ਦਾ, ਇਹ ਬਰੀਕ ਨੁਕਤੇ ਨਹੀਂ ਸਮਝਣ ਦੇਗਾ। ਕਹਿਣ ਲੱਗੇ ਮੈਨੂੰ ਤੇ ਤੁਸੀਂ ਕੋਈ ਚਾਬੀਆਂ ਨਹੀਂ ਫੜਾਈਆਂ। ਤੇ ਪੈਗੰਬਰ ਸਾਹਿਬ ਕਹਿਣ ਲੱਗੇ ਤੇਰੀ ਸਹੇਲੀ ਕਦੂਰੀ ਆ, ਜਾ ਕੇ ਉਹਦੇ ਪਾਸ, ਸ਼ਾਇਦ ਉਹਦੇ ਕੋਲ ਹੋਣ। ਉਹਦਾ ਜਾ ਕੇ ਕੁੰਡਾ ਖੜਕਾਉਣ ਲੱਗੀ। ਉਹਨੇ ਦੇਰੀ ਨਾਲ ਦਰਵਾਜ਼ਾ ਖੋਲ੍ਹਿਆ। ਪੁੱਛਿਆ ਕਿਉਂ ਦੇਰ ਕੀਤੀ? ਕਹਿਣ ਲੱਗੀ ਪਤੀ ਦੇਵ ਥੱਕੇ ਆਏ ਸੀ, ਉਹ ਵਿਸ਼ਰਾਮ ਕਰਨ ਲੱਗੇ, ਉਹਨਾਂ ਪੱਖੀ ਮੈਨੂੰ ਫੜਾਈ ਕਿ ਪੱਖੀ ਚੱਲ, ਮੈਨੂੰ ਜਰਾ ਨੀਂਦ ਚੰਗੀ ਆ ਜਾਏ। ਮੈਂ ਪੱਖੀ ਚੱਲ ਰਹੀ ਸੀ, ਤੂੰ ਦਰਵਾਜ਼ਾ ਖੜਕਾ ਰਹੀ ਸੀ, ਮੈਨੂੰ ਪਤਾ ਸੀ ਫਾਤਿਮਾ ਖੜਕਾ ਰਹੀ ਹੈ, ਪਰ ਪਤੀ ਦੇਵ ਦੀ ਆਗਿਆ ਤੋਂ ਬਗੈਰ ਮੈਂ ਦਰਵਾਜ਼ਾ ਖੋਲ੍ਹਣ ਨਹੀਂ ਸੀ ਆ ਸਕਦੀ, ਮੈਂ ਪੱਖੀ ਨਹੀਂ ਸੀ ਰੱਖ ਸਕਦੀ। ਕਹਿਣ ਲੱਗੇ ਅੱਛਾ ਇਹ ਗੱਲ ਤਾਂ ਛੱਡ, ਦੇਰੀ ਦਾ ਕਾਰਨ ਦੱਸਤਾ, ਪਰ ਮੇਰੇ ਪਿਤਾ ਜੀ ਕਹਿੰਦੇ ਤੇਰੇ ਨਿਕਾਹ ਵੇਲੇ ਬਹਿਸ਼ਤ ਦੀਆਂ ਚਾਬੀਆਂ ਦਿੱਤੀਆਂ ਸੀ, ਮੈਨੂੰ ਤੇ ਕੋਈ ਚੇਤਾ ਨਹੀਂ, ਤੇਰੇ ਕੋਲ ਤਾਂ ਨਹੀਂ? ਉਹਨੇ ਬਾਹੋਂ ਫੜ ਕੇ ਹਿਲਾ ਕੇ ਤੇ ਉਹਨੂੰ ਮੱਤ ਦਿੱਤੀ ਕਿ ਤੇਰੇ ਪਿਤਾ ਜੀ ਨੇ ਤੁਰਨ ਵੇਲੇ ਤੈਨੂੰ ਵਿਆਹ ਕੇ ਜਦੋਂ ਤੋਰਿਆ ਸੀ, ਉਦੋਂ ਇੱਕ ਸਿੱਖਿਆ ਦਿੱਤੀ ਸੀ ਕਿ ਆਪਣੇ ਇਸ ਪਤੀ ਨੂੰ ਪਰਮਾਤਮਾ ਰੂਪ ਜਾਣ ਕੇ, ਖੁਦਾ ਰੂਪ ਜਾਣ ਕੇ ਇਹਦੀ ਸੇਵਾ ਕਰੀਂ, ਇਹਦੀ ਆਗਿਆ ਦਾ ਪਾਲਣ ਕਰੀਂ, ਇਹਦਾ ਸਤਿਕਾਰ ਕਰੀਂ ਵੱਧ ਤੋਂ ਵੱਧ, ਤੇ ਫਿਰ ਤੈਨੂੰ ਬਹਿਸ਼ਤ ਪ੍ਰਾਪਤ ਹੋਵੇਗਾ। ਇਹ ਜੋ ਇੰਨੀ ਕੁ ਸਿੱਖਿਆ, ਇਹ ਬਹਿਸ਼ਤ ਦੀਆਂ ਚਾਬੀਆਂ ਨੇ, ਸਾਂਭ ਕੇ ਰੱਖੀ। ਤੇ ਮੂਰਖੇ ਤੂੰ ਉਹ ਸਿੱਖਿਆ ਭੁਲਾ ਲਈ। ਮੈਂ ਜੇ ਕੁਆਰੀ ਤੇਰੇ ਕੋਲ ਖੜੀ ਸੀ, ਤੇਰੀ ਸਹੇਲੀ, ਮੈਂ ਉਦੋਂ ਹੀ ਮਨ 'ਚ ਧਾਰਨ ਕਰ ਲਿਆ ਕਿ ਜਦੋਂ ਮੇਰਾ ਵਿਆਹ ਹੋਵੇਗਾ ਮੈਂ ਇਹ ਸਿੱਖਿਆ ਜ਼ਰੂਰ ਕਮਾਵਾਂਗੀ। ਇਸ ਕਰਕੇ ਬਹਿਸ਼ਤ ਦੀਆਂ ਚਾਬੀਆਂ ਤੇਰੇ ਪਿਤਾ ਦੇ ਬਚਨ ਨੇ। ਇਸ ਤਰ੍ਹਾਂ ਗੁਰੂ ਦੇ ਬਚਨਾਂ ਨਾਲ ਅਸੀਂ ਸਾਂਝ ਪਾਈਏ, ਫਿਰ ਵੱਡੇ ਬਣ ਸਕਦੇ ਹਾਂ। ਗੁਰੂ ਬਹੁਤ ਮਹਾਨ ਹੈ, ਪਰ ਅਸੀਂ ਬਹੁਤ ਅਦਨੇ ਹਾਂ, ਬਹੁਤ ਨੀਵੇਂ ਹਾਂ। ਕਬੀਰ ਸਾਚਾ ਸਤਿਗੁਰ ਕਿਆ ਕਰੈ, ਜੋ ਸਿੱਖਾਂ ਮੈਂ ਚੂਕ, ਅੰਧੇ ਏਕ ਨਾ ਲਾਗੇ, ਜਿਉ ਬਾਂਸ ਬਜਾਈਐ ਫੂਕ। ਇਹ ਨੇ ਵੀ ਇੱਕ ਕੰਨੋਂ ਸੁਣਿਆ ਦੂਜੇ ਕੰਨ ਕੱਢ ਛੱਡਿਆ, ਮਰਜ਼ੀ ਆਪੋ ਆਪਣੀ ਕੀਤੀ, ਇੰਜ ਨਹੀਂ ਗੱਲ ਬਣੇਗੀ। ਜੇ ਸਿੱਖਾਂ ਵਿੱਚ ਖੁੰਝਾ ਹੈ, ਕਿਸੇ ਗੱਲੋਂ ਖੁੰਝੇ ਹੋਏ ਚੁੱਕੇ ਹੋਏ ਨੇ, ਤੇ ਸੱਚਾ ਸਤਿਗੁਰੂ ਕੀ ਕਰ ਸਕਦਾ? ਸਿੱਖਿਆ ਤੇ ਬੜੀ ਉੱਚ ਪਾਏ ਦੀ ਦਿੱਤੀ। ਜਿੱਡਾ ਵੱਡਾ ਮਹਾਨ ਵਿਅਕਤੀ, ਓਡੇ ਵੱਡੇ ਉਹਦੇ ਮਹਾਨ ਬਚਨ ਹੋਣਗੇ। ਸਤਿਗੁਰੂ ਵਰਗਾ ਵੱਡਾ ਹੋਰ ਹੈ ਕੋਈ ਨਹੀਂ, ਤੇ ਸਤਿਗੁਰੂ ਦੇ ਬਚਨਾਂ ਜਿੱਡਾ ਵੱਡਾ ਕੋਈ ਬਚਨ ਨਹੀਂ ਹੈ। ਇਸ ਕਰਕੇ ਸਤਿਗੁਰੂ ਮਹਾਰਾਜ ਦੇ ਬਚਨਾਂ ਨਾਲ ਅਸੀਂ ਸਾਂਝ ਪਾਈਏ ਤੇ ਉਹਨਾਂ ਬਚਨਾਂ ਨੂੰ ਆਪਣੇ ਜੀਵਨ ਵਿੱਚ ਹੰਢਾਈਏ। ਇਹ ਮਨਾਏ ਹੋਏ ਗੁਰਪੁਰਬ, ਇਹ ਮਨਾਈਆਂ ਬਰਸੀਆਂ ਤਾਂ ਹੀ ਸਫਲੀਆਂ ਹੋਣਗੀਆਂ। ਰੱਬ ਦੇ ਪਿਆਰਿਆਂ ਦਾ ਜੀਵਨ ਪ੍ਰੇਰਨਾ ਸਰੋਤ ਹੁੰਦਾ। ਇਹ ਨਹੀਂ ਵੀ ਉਹਨਾਂ ਦੀ ਸਿਫਤ ਕਰ ਲਈ, ਵਡਿਆਈ ਕਰ ਲਈ ਤੇ ਗੱਲ ਮੁੱਕ ਗਈ, ਨਹੀਂ। ਉਹਨਾਂ ਦਾ ਜੀਵਨ ਸਾਨੂੰ ਪ੍ਰੇਰਨਾ ਦੇ ਕੇ ਜਾਂਦਾ ਹੈ ਕਿ ਤੁਸੀਂ ਵੀ ਆਪਣਾ ਜੀਵਨ ਇਸ ਰਾਹ 'ਤੇ ਤੋਰੋ, ਆਪਣਾ ਜੀਵਨ ਸਵੱਛ ਕਰੋ, ਸੱਚਾ ਸੁੱਚਾ ਬਣਾਓ। ਉਹਨਾਂ ਦੇ ਜੀਵਨ ਤੋਂ ਜੀਵਨ ਜੁਗਤੀ ਪ੍ਰਾਪਤ ਕਰਕੇ ਚੱਲੀਏ ਤੇ ਫਿਰ ਅਸੀਂ ਇਹ ਬਰਸੀਆਂ ਮਨਾ ਕੇ ਸਫਲਤਾ ਪ੍ਰਾਪਤ ਕਰਾਂਗੇ। ਭੁੱਲਾਂ ਚੁੱਕਾਂ ਹੋਈਆਂ ਸਤਿਗੁਰੂ ਮਹਾਰਾਜ ਤੇ ਆਪ ਗੁਰੂ ਕੀ ਸੰਗਤ ਨੇ ਖਿਮਾ ਕਰਨੀਆਂ।
ਸਭਨਾਂ ਦਾ ਹੀ ਬਹੁਤ ਬਹੁਤ ਧੰਨਵਾਦ। ਸਤਿਗੁਰਾਂ ਦਾ ਤਾਂ ਹੈ ਹੀ ਕਰੋੜਾਂ ਕਰੋੜਾਂ ਵਾਰੀ ਧੰਨਵਾਦ, ਜਿਨ੍ਹਾਂ ਨੇ ਇਸ ਯੋਗ ਲਾਇਕ ਬਣਾਇਆ। ਤੁਹਾਡੀ ਸੇਵਾ ਦੇ ਆਪ ਸੰਗਤ ਦਾ, ਪ੍ਰਬੰਧਕ ਵੀਰਾਂ ਦਾ, ਸਭਨਾਂ ਦਾ ਬਹੁਤ ਬਹੁਤ ਧੰਨਵਾਦ। ਕੱਲ੍ਹ ਦੇ ਦੀਵਾਨ ਵਿੱਚ ਜੇ ਸਮਾਂ ਆਇਆ ਤਾਂ ਫਿਰ ਤੁਹਾਡੇ ਦਰਸ਼ਨ ਕਰਾਂਗੇ। ਦੇਹੋ ਸੱਜਣ ਸੀਸੜੀਆਂ ਜੇ ਹੋਵੇ ਸਾਹਿਬ ਸਿਉ ਮੇਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।